जिन्ने भी साडे नाल इस वेले भैन भरा नौजवान बच्चे जुड़े हुए आ उन्हां वास्ते असीं धन्नवाद ते शुक्र करदे हां उन्हां दी वडियाई कर प्रभु जी दी वडियाई करदे हां कि तुसीं अपना टाइम कढ के फिर साडे नाल अज जुड़े हैं सो प्रभु दा धन्नवाद तुहाडा शुक्र हो करदे हां और प्रभु की वडियाई करते इस दिन वास्ते इस मौके वास्ते जिहड़ा फिर सानू परमेश्वर ने एक दिन दिता एक मौका दिता जिहदे विच आपां जींदे हां जे आपां दुनिया दी हालात देखिए तो काफ़ी खराब हुआ पर प्रभु की किरपा है जिन्ने भी अज इस नਵੇਂ सो आपां ਉਹਦਾ बहुत ही शुक्र ते बहुत ही ਧੰਨਵਾਦ ਕਰਦੇ ਹਾਂ ਔਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਤੁਹਾਡਾ ਵੀ ਵੈਲਕਮ ਕਰਦੇ ਹਾਂ ਜੀ ਆਇਆਂ ਨੂੰ ਕਹਿੰਦੇ ਹਾਂ ਤੇ ਜਿੰਨੇ ਵੀ ਸਾਡੇ ਨਾਲ ਜੁੜੇ ਆ ਜਾਂ ਜੁੜਨ ਵਾਲੇ ਆ ਉਹਨਾਂ ਨੂੰ ਅਸੀਂ ਇਹ ਰਿਕੁਐਸਟ ਕਰਦੇ ਹਾਂ ਕਿ ਆਹ ਲਿੰਕ ਦੂਜਿਆਂ ਨਾਲ ਸ਼ੇਅਰ ਕਰਿਓ ਕਿਉਂਕਿ ਬਹੁਤ ਅਖੀਰੀ ਟਾਈਮ ਆ ਪ੍ਰਭੂ ਦੇ ਆਉਣ ਦਾ ਟਾਈਮ ਹੋਣ ਲੱਗੇ ਤੇ ਜਿੰਨਾ ਵੀ ਆਪਾਂ ਇਸ ਬਚਨ ਦੇ ਵਿੱਚ ਹਿੱਸਾ ਲੈ ਸਕਦੇ ਲੈ ਸਕੀਏ ਤੇ ਦੂਜਿਆਂ ਨਾਲ ਵੰਡ ਸਕੀਏ ਤਾਂ ਕਿ ਆਪਣਾ ਵੀ ਫਲ ਇਕੱਠਾ ਹੋ ਸਕੇ ਕਿਉਂਕਿ ਇਹ ਕੰਮ ਇੱਕ ਇਨਸਾਨ ਦਾ ਨਹੀਂ ਇਹ ਆਪਣਾ ਸਾਰਿਆਂ ਦਾ ਆ ਕਿ ਆਪਾਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਲੋਕਾਂ ਨੂੰ ਲੈ ਕੇ ਆਉਣਾ ਜਿਹੜੀ ਫਸਲ ਪੱਕੀ ਆ ਤੇ ਵਾਢੇ ਥੋੜੇ ਆ ਆਪਾਂ ਵਾਢਿਆਂ ਨੂੰ ਤਿਆਰ ਕਰਨਾ ਹੈ ਤੇ ਫਸਲ ਨੂੰ ਪ੍ਰਭੂ ਦੀ ਕਿੰਗਡਮ ਦੇ ਵਿੱਚ ਲੈ ਕੇ ਆਉਣਾ ਫਸਲ ਕਿਹੜੀ ਆ ਰੂਹਾਂ ਦੀ ਫਸਲ ਦੀ ਗੱਲ ਉਹ ਕਰ ਰਿਹਾ ਹੈ ਸੋ ਜਰੂਰ ਤੁਸੀਂ ਇਹ ਲਿੰਕ ਦੂਜਿਆਂ ਨਾਲ ਸ਼ੇਅਰ ਕਰੋ ਤੇ ਪ੍ਰਭੂ ਦੀ ਵਡਿਆਈ ਕਰਦੇ ਹਾਂ ਕਿ ਤੁਸੀਂ ਜਰੂਰ ਫੇਥਫੁਲ ਹੋ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਕਿ ਤੁਸੀਂ ਹਰ ਹਫਤੇ ਜੁੜਦੇ ਵੀ ਆ ਤੇ ਜੁੜਦੇ ਰਹੋਗੇ ਵੀ ਤੇ ਮੈਂ ਇੱਕ ਇਹ ਵੀ ਰਿਕੁਐਸਟ ਕਰਨਾ ਚਾਹੁੰਦੀ ਹਾਂ ਤੁਹਾਡੇ ਅੱਗੇ ਕਿ ਸਾਡੇ ਵਾਸਤੇ ਵੀ ਤੁਸੀਂ ਪ੍ਰਾਰਥਨਾ ਕਰਿਆ ਕਰੋ ਕਿਉਂਕਿ ਬਾਰੀ ਵਾਰੀ ਆਪਾਂ ਇਦਾਂ ਹੀ ਦੇਖਦੇ ਹਾਂ ਕਿ ਉਹ ਤਾਂ ਪਾਸਟਰ ਆ ਉਹ ਤਾਂ ਉਹਨਾਂ ਨੂੰ ਤਾਂ ਬਹੁਤ ਪਤਾ ਨਹੀਂ ਪਰ ਸਾਨੂੰ ਵੀ ਤੁਹਾਡੀ ਪ੍ਰਾਰਥਨਾ ਦੀ ਲੋੜ ਆ ਤਾਂ ਕਿ ਆਪਾਂ ਸਾਰੇ ਇਕੱਠੇ ਜਿੱਦਾਂ ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ ਤੁਸੀਂ ਸਾਡੇ ਲਈ ਪ੍ਰਾਰਥਨਾ ਕਰੋ ਆਪਣੇ ਵਿੱਚ ਕੋਈ ਵੀ ਉੱਚਾ ਤੇ ਨੀਵਾਂ ਜਾਂ ਵੱਡਾ ਨਹੀਂ ਹੈਗਾ ਆਪਾਂ ਸਾਰੇ ਪਰਮੇਸ਼ਰ ਦੇ ਨਿਆਣੇ ਆ ਜਿਨ੍ਹਾਂ ਨੇ ਵੀ ਯਿਸੂ ਮਸੀਹ ਨੂੰ ਕਬੂਲ ਕਰ ਲਿਆ ਆ ਉਹਦੇ ਧੀਆਂ ਪੁੱਤਰ ਕਹਾਉਂਦੇ ਆ ਤੇ ਆਪਣਾ ਫਰਜ਼ ਬਣਦਾ ਕਿ ਅਸੀਂ ਇੱਕ ਦੂਏ ਨੂੰ ਉਹਦੀ ਹਜ਼ੂਰੀ ਦੇ ਵਿੱਚ ਲਿਫਟ ਅਪ ਕਰੀਏ ਤੇ ਪ੍ਰਭੂ ਦਾ ਬਾਲ ਤੇ ਪ੍ਰਭੂ ਦੀ ਵਿਜ਼ਡਮ ਮੰਗੀਏ ਸੋ ਆਜੋ ਆਪਾਂ ਹੁਣ ਪ੍ਰਭੂ ਦਾ ਇੱਕ ਬਚਨ ਪੜ੍ਹਦੇ ਹਾਂ ਛੋਟਾ ਜਿਹਾ ਜਿਹੜਾ ਬਚਨ ਤੋਂ ਬਗੈਰ ਆਪਾਂ ਸਿੱਖਿਆ ਨਹੀਂ ਲੈ ਸਕਦੇ ਬਚਨ ਤੋਂ ਬਗੈਰ ਸਾਨੂੰ ਤਾੜਨਾ ਨਹੀਂ ਮਿਲ ਸਕਦੀ ਬਚਨ ਤੋਂ ਬਗੈਰ ਸਾਨੂੰ ਸਮਝ ਨਹੀਂ ਲੱਗ ਸਕਦੀ ਪ੍ਰਭੂ ਦਾ ਬਚਨ ਸਾਨੂੰ ਕੀ ਕਹਿੰਦਾ ਹੈ ਸਾਡੇ ਵਾਸਤੇ ਕਿਹੜੀ ਪਿਆਰ ਵਾਲੀ ਚਿੱਠੀ ਆ ਇਸੇ ਕਰਕੇ ਸਾਨੂੰ ਕਾਸੇ ਦੀ ਵੀ ਨੌਲੇਜ ਨਹੀਂ ਹੋ ਸਕਦੀ ਜੇ ਅਸੀਂ ਯਿਸੂ ਮਸੀਹ ਦੇ ਬਚਨ ਜਾਂ ਬਾਈਬਲ ਦੇ ਬਚਨ ਨਹੀਂ ਪੜ੍ਹਦੇ ਤਾਂ ਬਚਨ ਪੜ੍ਹਨਾ ਬਹੁਤ ਜ਼ਰੂਰੀ ਆ ਉਹਦੇ ਵਿੱਚੋਂ ਹੀ ਸਾਨੂੰ ਸਿੱਖਿਆ ਮਿਲਦੀ ਆ ਕਿ ਯਿਸੂ ਮਸੀਹ ਸਾਡੇ ਵਾਸਤੇ ਕੀ ਕੁਛ ਕਰਕੇ ਗਏ ਸੀਗੇ ਤੇ ਕੀ ਕੁਛ ਕਰਨਾ ਆ ਤੇ ਕਦੋਂ ਆਉਣਾ ਆ ਕੀ ਹੋਣਾ ਸਭ ਕੁਝ ਉਹਦੇ ਵਿੱਚ ਲਿਖਿਆ ਆ ਤਾਂ ਹੀ ਆਪਾਂ ਨੂੰ ਬਾਰ-ਬਾਰ ਵਚਨ ਪੜ੍ਹਨ ਦੀ ਲੋੜ ਪੈਂਦੀ ਆ ਤੇ ਹੋ ਸਕਦਾ ਤੁਹਾਡੇ ਵਿੱਚੋਂ ਬਹੁਤ ਸਾਰੇ ਜਿਹੜੇ ਇਸ ਵੇਲੇ ਦੇਖਦੇ ਆ ਉਹ ਇਦਾਂ ਕਹਿਣਗੇ ਕਿ ਇਸ ਬਚਨ ਦਾ ਮੈਨੂੰ ਅੱਗੇ ਹੀ ਪਤਾ ਹੈ ਧੋਖਾ ਨਾ ਖਾਓ ਕਿਉਂਕਿ ਪ੍ਰਭੂ ਦਾ ਵਚਨ ਹਰ ਵੇਲੇ ਹਰ ਟਾਈਮ ਸਾਨੂੰ ਤਾਜ਼ਗੀ ਦਿੰਦਾ ਹੈ ਤੁਸੀਂ ਕਦੀ ਇਦਾਂ ਨਹੀਂ ਕਿਹਾ ਹੋਣਾ ਮੈਂ ਆਹ ਕੱਲ ਖਾਣਾ ਖਾ ਲਿਆ ਸੀ ਤੇ ਅੱਜ ਨਹੀਂ ਖਾਣਾ ਰੋਜ਼ ਹੀ ਆਪਾਂ ਰੋਟੀਆਂ ਬਣਾਉਂਦੇ ਆ ਰੋਜ਼ ਹੀ ਆਪਾਂ ਬ੍ਰੈਡਾਂ ਖਾਂਦੇ ਦਾਲਾਂ ਸਬਜ਼ੀਆਂ ਖਾਂਦੇ ਆ ਤੇ ਤਾਂ ਹੀ ਸਾਡੇ ਸਰੀਰ ਨੂੰ ਤਾਜ਼ਗੀ ਮਿਲਦੀ ਹੈ ਰੋਜ਼ ਅਸੀਂ ਐਕਸਰਸਾਈਜ਼ ਕਰਦੇ ਆ ਤਾਂ ਹੀ ਸਾਡਾ ਸਰੀਰ ਫਿੱਟ ਰਹਿੰਦਾ ਹੈ ਇਸੇ ਤਰ੍ਹਾਂ ਸਾਨੂੰ ਪ੍ਰਭੂ ਦੇ ਬਚਨਾਂ ਦੇ ਵਿੱਚ ਵੀ ਰੋਜ਼ ਹੀ ਜਾਣ ਦੀ ਲੋੜ ਆ ਰੋਜ਼ ਹੀ ਪ੍ਰਾਰਥਨਾ ਕਰਨ ਦੀ ਲੋੜ ਆ ਰੋਜ਼ ਹੀ ਯਿਸੂ ਮਸੀਹ ਦੀ ਹਜ਼ੂਰੀ ਦੇ ਵਿੱਚ ਆਉਣ ਦੀ ਲੋੜ ਆ ਤਾਂ ਕਿ ਸਾਡੀ ਆਤਮਾ ਵੀ ਫਿੱਟ ਰਹੇ ਤੇ ਬਹੁਤ ਹੁਸ਼ਿਆਰ ਰਹੇ ਤੇ ਬਹੁਤ ਬਲ ਤੇ ਜ਼ੋਰ ਵਾਲੀ ਹੋਵੇ ਤੇ ਕਿਹਦਾ ਮੁਕਾਬਲਾ ਕਰ ਸਕਦੇ ਫਿਰ ਅਸੀਂ ਬੈਰੀ ਦਾ ਆਮੇਨ ਸੋ ਆਪਾਂ ਨੂੰ ਜ਼ਰੂਰਤ ਆ ਜਿੱਦਾਂ ਅਸੀਂ ਇਸ ਸਰੀਰ ਨੂੰ ਖਿਲਾਉਂਦੇ ਆ ਮੈਂ ਕਹਿੰਦੀ ਨਹੀਂ ਸਰੀਰ ਨੂੰ ਖਿਲਾਓ ਨਾ ਮੈਂ ਨਹੀਂ ਕਹਿੰਦੀ ਤੁਸੀਂ ਆਪਣੀ ਐਕਸਰਸਾਈਜ਼ ਨਾ ਕਰੋ ਪਰ ਮੈਂ ਇਹ ਕਹਿੰਦੀ ਜਿੰਨਾ ਜ਼ਰੂਰੀ ਸਾਨੂੰ ਇਹਦੇ ਵਾਸਤੇ ਲੱਗਦਾ ਆ ਉਦੋਂ ਵੱਧ ਜ਼ਰੂਰਤ ਆ ਸਾਨੂੰ ਆਪਣੀ ਆਤਮਾ ਦੇ ਵਿੱਚ ਆਪਣੀ ਆਤਮਾ ਦੀ ਲੁੱਕ ਆਫਟਰ ਕਰਨ ਦੇ ਵਿੱਚ ਆਮੇਨ ਸੋ ਆਜੋ ਆਪਾਂ ਰੋਮੀਆਂ ਚੈਪਟਰ 4 ਰੋਮਨਸ ਜਿਹਨੂੰ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਉਹਦਾ ਚੈਪਟਰ 4 ਵਰਸ ਆਪਾਂ ਪੜ੍ਹਦੇ ਆ 13 ਤੋਂ ਲੈ ਕੇ 25 ਤੱਕ ਹਾਂਜੀ 13 ਤੋਂ ਲੈ ਕੇ 25 ਤੱਕ chapter 4 verse 13 till 25 Romans ਸੋ ਜਿੰਨਿਆਂ ਕੋਲ ਵੀ ਬਚਨ ਹੈਗਾ ਹੈ ਬਾਈਬਲ ਹੈਗੀ ਹੈ ਤੁਸੀਂ ਨਾਲ ਪੜ੍ਹ ਸਕਦੇ ਆ ਜੇ ਨਹੀਂ ਹੈਗਾ ਤਾਂ ਤੁਸੀਂ ਧਿਆਨ ਨਾਲ ਸੁਣ ਸਕਦੇ ਆ ਤੇ ਮਗਰੋਂ ਵੀ ਪੜ੍ਹ ਸਕਦੇ ਆ ਕਿਉਂ ਜੋ ਉਹ ਵਚਨ ਭਈ ਜਗਤ ਦਾ ਅਧਿਕਾਰੀ ਹੋਵੇਗਾ ਅਬਰਾਹਮ ਅਥਵਾ ਉਹਦੀ ਅੰਸ਼ ਨਾਲ ਸ਼ਰਾ ਦੇ ਰਾਹੀਂ
ਨਹੀਂ ਸੀ ਹੋਇਆ, ਸਗੋਂ ਉਸ ਕਿਰਪਾ ਦੇ ਰਾਹੀਂ ਜਿਹੜਾ ਨੇਚਾ ਤੋਂ ਹੁੰਦਾ ਹੈ। ਪਰ ਜੇ ਸ਼ਰ੍ਹਾ ਵਾਲੇ ਅਧਿਕਾਰੀ ਹਨ ਤਾਂ ਨੇਚਾ ਨਿਸਫਲ ਅਤੇ ਉਹ ਕਰਾਰ ਅਕਾਰਤ ਹੋਇਆ, ਕਿਉਂ ਜੋ ਸ਼ਰ੍ਹਾ ਕ੍ਰੋਧ ਦਾ ਕਾਰਨ ਹੁੰਦੀ ਹੈ। ਪਰ ਜਿੱਥੇ ਸ਼ਰ੍ਹਾ ਨਹੀਂ ਉੱਥੇ ਉਲੰਘਣ ਵੀ ਹੀ ਨਹੀਂ। ਇਸ ਕਾਰਨ ਉਹ ਨੇਚਾ ਤੋਂ ਹੋਇਆ ਵੀ ਕਿਰਪਾ ਦੇ ਅਨੁਸਾਰ ਠਹਿਰੀਏ, ਇਸ ਲਈ ਜੋ ਕਰਾਰ ਸਾਰੀ ਅੰਸ਼ ਦੇ ਲਈ ਪੱਕਾ ਰਹੇ, ਨਿਰਾ ਉਸ ਅੰਸ਼ ਦੇ ਲਈ ਨਹੀਂ ਜਿਹੜੀ ਸ਼ਰ੍ਹਾ ਵਾਲੀ ਹੈ, ਪਰੰਤੂ ਉਹਦੇ ਲਈ ਵੀ ਜਿਹੜੀ ਅਬਰਾਹਮ ਜਿਹੀ ਨੇਚਾ ਰੱਖਦੀ ਹੈ। ਉਹ ਅਸਾਂ ਸਭਨਾਂ ਦਾ ਪਿਤਾ ਹੈ, ਜਿਵੇਂ ਲਿਖਿਆ ਹੋਇਆ ਹੈ ਕਿ ਮੈਂ ਤੈਨੂੰ ਬਹੁਤੀਆਂ ਕੌਮਾਂ ਦਾ ਪਿਤਾ ਠਹਿਰਾਇਆ ਹੈ। ਅਰਥਾਤ ਉਸ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਿਹਦੀ ਉਸਨੇ ਪ੍ਰਤੀਤ ਕੀਤੀ, ਜਿਹੜਾ ਮੁਰਦਿਆਂ ਨੂੰ ਜਵਾਲਦਾ ਅਤੇ ਉਹਨਾਂ ਅਣਹੋਣੀਆਂ ਵਸਤਾਂ ਨੂੰ ਇਉਂ ਸੱਦਦਾ ਹੈ ਭਈ ਜਾਣੋ ਉਹ ਸਨਮੁਖ ਹਨ। ਨਿਰਾਸ਼ਾ ਵਿੱਚ ਆਸ ਨਾਲ ਉਸਨੇ ਪ੍ਰਤੀਤ ਕੀਤੀ ਵੀ ਉਸ ਵਾਕ ਦੇ ਅਨੁਸਾਰ ਕਿ ਤੇਰੀ ਅੰਸ਼ ਇਉਂ ਹੋਵੇਗੀ, ਉਹ ਬਾਹਰੀਆਂ ਕੌਮਾਂ ਦਾ ਪਿਤਾ ਹੋਵੇ, ਅਤੇ ਨੇਚਾ ਵਿੱਚ ਉਹ ਢਿੱਲਾ ਨਾ ਹੋਇਆ, ਭਾਵੇਂ ਉਹ 100 ਵਰ੍ਹਿਆਂ ਦਾ ਹੋ ਗਿਆ ਸੀ, ਜਦੋਂ ਉਸਨੇ ਧਿਆਨ ਕੀਤਾ ਵੀ ਮੇਰੀ ਦੇਹ ਹੁਣ ਮੁਰਦੇ ਵਰਗੀ ਹੋ ਗਈ ਹੈ, ਨਾਲੇ ਸਾਰਾ ਦੀ ਕੁੱਖ ਨੂੰ ਸੋਕਾ ਲੱਗ ਗਿਆ ਹੈ। ਪਰੰਤੂ ਪਰਮੇਸ਼ਵਰ ਦੇ ਵਚਨ ਦੀ ਵੱਲੋਂ ਉਹਨੇ ਬੇਪਰਤੀਤ ਨਾਲ ਸ਼ੰਕਾ ਨਾ ਕੀਤੀ, ਸਗੋਂ ਨੇਚਾ ਵਿੱਚ ਤਕੜਿਆ ਹੋ ਕੇ ਉਹਨੇ ਪਰਮੇਸ਼ਵਰ ਦੀ ਵਡਿਆਈ ਕੀਤੀ, ਅਤੇ ਉਹਨੂੰ ਪੱਕੀ ਨੇਚਾ ਸੀ ਵੀ ਜਿਹਦਾ ਉਸਨੇ ਵਚਨ ਦਿੱਤਾ ਉਸ ਦੇ ਪੂਰਿਆਂ ਕਰਨ ਨੂੰ ਵੀ ਸਮਰਥ ਹੈ। ਇਸ ਕਰਕੇ ਇਹ ਉਹਦੇ ਲਈ ਧਰਮ ਵੀ ਗਿਣੀ ਗਈ। ਇਹ ਗੱਲ ਹੈ ਵੀ ਉਹਦੇ ਲਈ ਗਿਣੀ ਗਈ ਨਿਰੀ ਉਸੇ ਦੇ ਨਮਿਤ ਨਹੀਂ ਲਿਖੀ ਗਈ, ਸਗੋਂ ਸਾਡੇ ਨਮਿਤ ਵੀ ਜਿਨ੍ਹਾਂ ਲਈ ਗਿਣੀ ਜਾਵੇਗੀ, ਅਰਥਾਤ ਸਾਡੇ ਲਈ ਜਿਹੜੇ ਉਸ ਉੱਤੇ ਨੇਚਾ ਕਰਦੇ ਹਨ, ਜਿਹਨੇ ਯਿਸੂ ਸਾਡੇ ਪ੍ਰਭੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ, ਜਿਹੜਾ ਸਾਡੇ ਅਪਰਾਧਾਂ ਦੇ ਕਾਰਨ ਫੜਵਾਇਆ ਗਿਆ ਅਤੇ ਸਾਨੂੰ ਧਰਮੀ ਠਹਿਰਾਉਣ ਲਈ ਜਿਵਾਲਿਆ ਗਿਆ। ਆਮੇਨ, ਆਮੇਨ, ਆਮੇਨ। ਪ੍ਰੇਜ਼ ਦ ਲਾਰਡ। ਥੈਂਕ ਯੂ। ਅੱਜ ਆਪਾਂ ਹੁਣ ਪ੍ਰਾਰਥਨਾ ਕਰਦੇ ਹਾਂ ਤੇ ਫਿਰ ਪਾਸਟਰ ਜੀ ਨੂੰ ਆਪਾਂ ਕਹਿੰਦੇ ਹਾਂ ਕਿ ਪਾਸਟਰ ਜੀ ਆਪਣੇ ਨਾਲ ਬਚਨ ਵੰਡਣ, ਜਿੱਦਾਂ ਵੀ ਪ੍ਰਭੂ ਦਾ ਆਤਮਾ ਉਹਨਾਂ ਦੀ ਅਗਵਾਈ ਕਰਦਾ ਹੈ। ਸੱਚੇ ਪਿਤਾ ਪਰਮੇਸ਼ਰ ਜੀ, ਅਸੀਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੇ ਹਾਂ। ਇਸ ਵੇਲੇ ਅਸੀਂ ਯਿਸੂ ਮਸੀਹ ਦੇ ਤੁਹਾਡੇ ਪੁੱਤਰ ਦੇ ਰਾਹੀਂ ਤੁਹਾਡੇ ਕੋਲ ਆਉਂਦੇ ਹਾਂ ਔਰ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਦੇ ਦਿਨ ਵਾਸਤੇ, ਇਸ ਟਾਈਮ ਵਾਸਤੇ ਜੋ ਤੁਸੀਂ ਸਾਨੂੰ ਦਿੱਤਾ ਆ। ਧੰਨਵਾਦ ਕਰਦੀ ਹਾਂ ਸਾਰੇ ਬੁਰੇ ਖਿਆਲਾਂ ਤੋਂ, ਖਤਰੇ ਖੌਫ ਤੋਂ ਬਚਾ ਕੇ ਸਾਨੂੰ ਆਪਣੀ ਹਜ਼ੂਰੀ ਵਿੱਚ ਲੈ ਕੇ ਆਏ ਹਾਂ। ਸੋ ਅਸੀਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੇ, ਤੁਹਾਡੀ ਵਡਿਆਈ ਕਰਦੇ। ਪਿਤਾ ਪ੍ਰਭੂ ਜੀ, ਤੁਹਾਡਾ ਵੈਲਕਮ ਕਰਦੇ ਪਵਿੱਤਰ ਆਤਮਾ ਜੀ, ਯਿਸੂ ਮਸੀਹ ਦਾ ਤੇ ਸਵਰਗਦੂਤਾਂ ਦਾ ਅਸੀਂ ਵੈਲਕਮ ਕਰਦੇ ਇਸ ਵੇਲੇ ਕਿ ਜੋ ਵੀ ਅਸੀਂ ਅੱਜ ਸਿੱਖੀਏ, ਬੋਲੀਏ, ਸਭ ਕੁਝ ਤੁਹਾਡੇ ਨਾਂ ਨੂੰ ਜਲਾ ਲਵੇ। ਔਰ ਜਿਨ੍ਹਾਂ ਨੇ ਅੱਜ ਤੱਕ ਤੁਹਾਨੂੰ ਨਹੀਂ ਜਾਣਿਆ, ਅੱਜ ਉਹ ਨਵੇਂ ਤਰੀਕੇ ਨਾਲ ਤੁਹਾਨੂੰ ਜਾਣ ਲੈਣ। ਔਰ ਜਿਨ੍ਹਾਂ ਨੇ ਜਾਣਿਆ ਹੈ ਪਰ ਅੱਜ ਬਾਈਬਲ ਸਟੱਡੀ ਦੇ ਨਾਲ ਆ, ਪ੍ਰਭੂ ਉਹਨਾਂ ਦੇ ਨਾਲ ਵੀ ਤੁਹਾਡਾ ਵਚਨ ਅੱਜ ਗੱਲ ਕਰੇ, ਤਾਂ ਕਿ ਜੋ ਵੀ ਅੱਜ ਤੁਹਾਡਾ ਸਨੇਹਾ ਆ ਸਾਡੇ ਤੱਕ ਪਹੁੰਚ ਸਕੇ। ਔਰ ਇਹਦੇ ਵਿੱਚ ਪ੍ਰਭੂ ਜੀ ਸਾਰੀ ਜਲਾਲ, ਸਾਰੀ ਸ਼ਕਤੀ, ਮਹਿਮਾ ਤੁਹਾਨੂੰ ਮਿਲੇ, ਕਿਉਂਕਿ ਤੁਸੀਂ ਹੀ ਮਹਿਮਾ ਦੇ ਲਾਇਕ ਹੋ। ਸੋ ਅਸੀਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੇ ਹਾਂ, ਤੁਹਾਡੀ ਵਡਿਆਈ ਕਰਦੇ ਹਾਂ ਇਸ ਟਾਈਮ ਵਾਸਤੇ। ਅਸੀਂ ਇਹ ਸਾਰਾ ਕੁਝ ਆਪਣੇ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਤੇ ਜਲਾਲੀ ਨਾਂ ਦੇ ਵਿੱਚ ਆਪਣੇ ਪਿਤਾ ਕੋਲੋਂ ਮੰਗਦੇ ਤੇ ਪਾਉਂਦੇ ਹਾਂ। ਆਮੇਨ, ਆਮੇਨ, ਆਮੇਨ। ਪ੍ਰੇਜ਼ ਦ ਲਾਰਡ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਆਪਾਂ ਪਿਛਲੇ ਹਫਤੇ ਸ਼ੁਰੂ ਕੀਤਾ ਸੀਗਾ ਹਾਊ ਟੂ ਫਾਈਟ ਦ ਗੁੱਡ ਫਾਈਟ, ਵੀ ਕਿੱਦਾਂ ਅਸੀਂ ਚੰਗੀ ਲੜਾਈ ਲੜ ਸਕਦੇ ਹਾਂ। ਬਾਈਬਲ ਆਪਾਂ ਨੂੰ ਇੱਕੋ ਹੀ ਲੜਾਈ ਲੜਨ ਨੂੰ ਕਹਿੰਦੇ। ਆਪਾਂ ਪਿਛਲੇ ਹਫਤੇ ਦੇਖਿਆ ਸੀਗਾ ਬਹੁਤ ਲੋਕੀ ਬਹੁਤ ਲੜਾਈਆਂ ਲੜਦੇ ਆ, ਤੇ ਕਈ ਸੱਸਾਂ ਨੌਂ ਦੇ ਨਾਲ ਲੜਦੀਆਂ, ਨੌਂ ਸੱਸਾਂ ਦੇ ਨਾਲ ਲੜਦੀਆਂ, ਤੇ ਬਹੁਤ ਰਿਸ਼ਤੇਦਾਰਾਂ ਦੇ ਵਿੱਚ ਬਹੁਤ ਲੜਾਈਆਂ ਹੋ ਰਹੀਆਂ। ਨਿਆਣੇ ਮਾਪੇ ਨਾਲ ਲੜਦੇ, ਮਾਪੇ ਨਿਆਣਿਆਂ ਨਾਲ ਲੜਦੇ, ਭਰਾ ਭੈਣਾਂ ਆਪੋ ਵਿੱਚ ਹੀ ਲੜਦੇ, ਬਹੁਤ ਲੜਾਈਆਂ ਲੱਗੀਆਂ। ਪਰ ਪਰਮੇਸ਼ਰ ਨੇ ਆਪਾਂ ਨੂੰ ਇਸ ਲੜਾਈਆਂ ਦੇ ਬਾਰੇ ਕਿਸੇ ਨੂੰ ਵਿੱਚ ਲੜਨ ਨੂੰ ਨਹੀਂ ਕਿਹਾ ਹੈਗਾ। ਇੱਕੋ ਹੀ ਲੜਾਈ ਉਹਨਾਂ ਆਪਾਂ ਲੜਨ ਨੂੰ ਕਿਹਾ ਆ, ਆਪਾਂ ਪਿਛਲੇ ਹਫਤੇ ਦੇਖਦਾ ਸੀ। ਉਹ ਹੈਗੀ ਆ ਦ ਫਾਈਟ ਆਫ ਫੇਥ, ਨੇਚਾ ਦੀ ਲੜਾਈ ਲੜਨ ਨੂੰ ਕਿਹਾ ਆ। ਆਪਣੀ ਲੜਾਈ ਬਾਈਬਲ ਦੱਸਦੀ ਆ
ਖੂਨ ਤਾਂ ਮਾਸ ਨਾਲ ਨਹੀਂ ਹੈਗੀ, ਪਰ ਆਤਮਿਕ ਲੜਾਈ ਆ। ਬਹੁਤ ਵਾਰੀ ਸ਼ੈਤਾਨ ਆਪਾਂ ਨੂੰ ਤਾਂ ਜਿੱਤ ਜਾਂਦਾ ਆ ਕਰਕੇ ਅਸੀਂ ਮਾਸ ਦੇ ਵਿੱਚ, ਖੂਨ ਤਾਂ ਮਾਸ ਵਿੱਚ ਲੜਾਈ ਕਰਨ ਲੱਗ ਪੈਂਦੇ। ਖੂਨ ਦਾ ਮਾਸ ਦਾ ਕੀ ਮਤਲਬ? ਅਸੀਂ ਜਿਹੜੇ ਲੋਕੀ ਸਾਨੂੰ ਦਿਸਦੇ ਆ, ਰਿਸ਼ਤੇਦਾਰ ਹੋਣ ਸਾਡੇ ਜਾਂ ਸਾਡੇ ਖਾਸ ਹੀ ਹੋਣ, ਜਦੋਂ ਉਹਨਾਂ ਨਾਲ ਕੋਈ ਗੜਬੜ ਹੋਈ ਅਸੀਂ ਉਹਨਾਂ ਨਾਲ ਲੜਦੇ ਆ, ਪਰ ਅਸੀਂ ਪਿੱਛੇ ਨਹੀਂ ਦੇਖਦੇ ਹੈਗੇ ਉਹਦੇ ਪਿੱਛੇ ਕੀ ਚੀਜ਼ ਆ। ਉਹਨਾਂ ਸਾਡੀ ਲੜਾਈ ਨਹੀਂ ਲੱਗੀ ਹੈਗੀ, ਅਸੀਂ ਰੋਂਗ ਪਾਸੇ ਲੜਾਈ ਲਾ ਕੇ ਬੈਠੇ ਆ। ਆਪਾਂ ਆਪਣੀ ਲੜਾਈ ਨੂੰ ਸਹੀ ਕਰਨਾ, ਜਿੱਦਾਂ ਮੈਂ ਪਿਛਲੇ ਹਫ਼ਤੇ ਕਿਹਾ ਸੀ, ਆਦਮੀਆਂ ਨਾਲ ਲੜਾਈਆਂ ਲੜਨੋਂ ਹਟ ਜਾਣਾ ਤੇ ਆਤਮਿਕ ਲੜਾਈਆਂ ਲੜਨ ਲੱਗ ਪੈਣਾ। ਆਮੀਨ। ਫਿਰ ਅਸੀਂ ਹਰੇਕ ਟਾਈਮ ਜਿੱਤਣ ਲੱਗ ਪੈਣਾ। ਜੇ ਅਸੀਂ ਖੂਨ ਤੇ ਮਾਸ ਨਾਲ ਲੜਦੇ ਰਹੇ, ਅਸੀਂ ਜਿੱਤਣਾ ਨਹੀਂ ਹੈਗਾ। ਅਸੀਂ ਹੋ ਸਕਦਾ ਇੱਕ ਪਰਸਨ ਨੂੰ ਜਿੱਤ ਲਿਆ ਆ ਤੇ ਉੱਥੇ 10 ਹੋਰ ਆ ਜਾਣੇ ਆ, ਉਹ ਕਦੇ ਵੀ ਮੁੱਕਣੀ ਨਹੀਂ ਹੈਗੀ। ਪਰ ਸਾਡੀ ਲੜਾਈ ਹੈਗੀ ਆ ਆਤਮਾ ਦੇ ਵਿੱਚ ਨਹੀਂ ਹੈ। ਸਾਡੀ ਆ ਲੜਾਈ ਮਾਸ ਤੇ ਖੂਨ ਨਾਲ ਨਹੀਂ, ਪਰ ਆਤਮਾ ਦੇ ਨਾਲ ਆ। ਸੋ ਜਦੋਂ ਅਸੀਂ ਇਹ ਤੇ ਪੇ ਅਟੈਂਸ਼ਨ ਕਰਨ ਲੱਗ ਪਏ, ਇਹ ਅਸੀਂ ਸਿੱਖਦੇ ਆ ਅਸੀਂ ਕਿੱਦਾਂ ਇਹ ਲੜ ਸਕਦੇ ਤੇ ਕਿੱਦਾਂ ਜਿੱਤ ਸਕਦੇ ਆ। ਤੇ ਬਾਈਬਲ ਆਪਾਂ ਨੂੰ ਦੱਸਦੀ ਆ ਇਹ ਨੇਚਾ ਦੀ ਲੜਾਈ ਆ। ਪਿਛਲੇ ਹਫ਼ਤੇ ਆਪਾਂ ਦੇਖਦੇ ਸੀਗੇ, ਇਹ ਨੇਚਾ ਦੀ ਲੜਾਈ ਆ। ਜੇ ਨੇਚਾ ਦੀ ਲੜਾਈ ਆ, ਫਿਰ ਸਾਨੂੰ ਥੋੜਾ ਜਿਹਾ ਨੇਚਾ ਦੇ ਬਾਰੇ ਜਾਣਨਾ ਚਾਹੀਦਾ ਆ। ਜੇ ਸਾਨੂੰ ਪਤਾ ਹੀ ਨਹੀਂ ਹੈਗਾ ਨੇਚਾ ਕਿੱਦਾਂ ਰੱਖਣੀ ਆ, ਨੇਚਾ ਕੀ ਹੁੰਦੀ ਆ, ਤੇ ਅਸੀਂ ਲੜਾਈ ਕਿੱਦਾਂ ਲੜਾਂਗੇ, ਅਸੀਂ ਜਿੱਤਾਂਗੇ ਕਿੱਦਾਂ? ਬਹੁਤ ਲੋਕੀ ਭੁਲੇਖੇ ਦੇ ਵਿੱਚ ਆ। ਬਹੁਤ ਵਾਰੀ ਉਹ ਕਹਿੰਦਾ ਮੇਰੇ ਕੋਲ ਬਹੁਤ ਨੇਚਾ ਆ, ਪਰ ਜਦੋਂ ਅਸੀਂ ਬਾਈਬਲ ਦੇ ਨਾਲ ਰਲਾ ਕੇ ਦੇਖਦੇ ਆ, ਉਹਨਾਂ ਕੋਲ ਨੇਚਾ ਨਹੀਂ ਹੁੰਦੀ ਹੈਗੀ, ਉਮੀਦ ਹੁੰਦੀ ਆ। ਉਮੀਦ ਦਾ ਤਾਂ ਨੇਚਾ ਦਾ ਬਹੁਤ ਫਰਕ ਆ। ਉਮੀਦ ਵੀ ਚੰਗੀ ਆ, ਮਾੜੀ ਨਹੀਂ ਹੈਗੀ, ਪਰ ਉਮੀਦ ਸਾਨੂੰ ਕਹਿੰਦੀ ਆ ਸਾਨੂੰ ਗਾਹਾਂ ਕਿਤੇ ਚੀਜ਼ ਮਿਲੂਗੀ। ਨੇਚਾ ਕਹਿੰਦੀ ਸਾਡੇ ਕੋਲ ਹੁਣ ਹੈਗੀ ਆ। ਸੋ ਬਹੁਤ ਫਰਕ ਹੈ ਨੇਚਾ ਦਾ ਉਮੀਦ ਦਾ। ਸੋ ਅਸੀਂ ਦੇਖਣਾ ਆ ਬਈ ਨੇਚਾ ਅਸੀਂ ਕਿੱਦਾਂ ਰੱਖ ਸਕਦੇ ਹਾਂ ਲੜਾਈ ਜਿੱਤਣ ਨੂੰ। ਬੈਸਟ ਟੀਚਰ ਆਪਣੀ ਬਾਈਬਲ ਆ, ਉਹਦੇ ਵਿੱਚ ਜਿਹੜਾ ਸਾਰਿਆਂ ਨਾਲੋਂ ਬੈਸਟ ਟੀਚਰ ਆ ਉਹ ਯਿਸੂ ਮਸੀਹ ਆ। ਆਮੀਨ। ਤੇ ਉਹਨੇ ਆਪਾਂ ਨੂੰ ਬਹੁਤ ਵਧੀਆ ਸਿਖਾਇਆ ਸੀਗਾ ਨੇਚਾ ਕਿੱਦਾਂ ਰੱਖਣੀ ਆ ਤੇ ਨੇਚਾ ਦੀ ਕਿੱਦਾਂ ਲੜਾਈ ਜਿੱਤਣੀ ਆ। ਅੱਜ ਆਪਾਂ ਬਾਈਬਲ ਦੇ ਵਿੱਚੋਂ ਦੇਖਾਂਗੇ। ਤੇ ਜੇ ਜੋ ਮੈਂ ਸਿਖਾਲਦਾ ਉਹ ਵੀ ਚੇਤਾ ਵੀ ਭੁੱਲ ਗਿਆ, ਕੋਈ ਨਹੀਂ, ਪਰ ਜੇ ਤੁਸੀਂ ਆਇਤਾਂ ਚੇਤੇ ਰੱਖੀਆਂ ਬਾਈਬਲ ਦੀਆਂ ਤੇ ਉੱਥੇ ਜਾ ਕੇ ਮੁੜ ਕੇ ਫੇਰ ਦੇਖਿਆ ਤੇ ਤੁਹਾਡੇ ਬਹੁਤ ਫਾਇਦੇਮੰਦ ਹੋਣੀਆਂ। ਸੋ ਪੇਪਰ ਤਾਂ ਪੈਨਸਲ ਆਪਣੇ ਹੱਥ ਵਿੱਚ ਲੈ ਲਓ। ਬੇਸ਼ੱਕ ਦੀ ਜਗਦੀਸ਼ ਜੋ ਕਿਹਾ ਸੀ ਚੇਤਾ ਭੁੱਲ ਗਿਆ, ਪਰ ਤੁਸੀਂ ਆਇਤਾਂ ਚੇਤੇ ਰੱਖ ਲਈਆਂ, ਫਿਰ ਤੁਸੀਂ ਉਹ ਜਾ ਕੇ ਪੜ੍ਹ ਸਕਦੇ ਆ ਤੇ ਨੇਚਾ ਰੱਖਣੀ ਤੇ ਲੜਾਈ ਜਿੱਤਣੀ ਸਿੱਖ ਸਕਦੇ ਆ। ਸੋ ਕੇਅਰਫੁਲੀ ਸੁਣਨਾ ਬਹੁਤ ਖਾਸ ਆ। ਜੇ ਤੁਸੀਂ ਪਿਛਲੇ ਹਫ਼ਤੇ ਸੁਣਿਆ ਨਹੀਂ ਸੀ, ਉਹ ਵੀ ਬਹੁਤ ਖਾਸ ਸੀਗੀ, ਬੇਸਿਸ ਉਹ ਨੀਂਹ ਰੱਖੀ ਸੀ ਆਪਾਂ। ਤੇ ਅੱਜ ਤੁਹਾਨੂੰ ਤੁਸੀਂ ਇਹ ਤੋਂ ਬਾਅਦ ਉਹ ਜਾ ਕੇ ਮੁੜ ਕੇ ਫੇਰ ਸੁਣਿਓ ਪਿਛਲੇ ਹਫ਼ਤੇ ਦੀ ਨੇਚਾ ਦੀ ਲੜਾਈ ਕਿੱਦਾਂ ਲੜਨੀ ਆ। ਓਕੇ, ਫਾਈਟਿੰਗ ਦਾ ਫਾਈਟ ਆਫ ਫੇਥ। ਤੇ ਸੋ ਉਹ ਪਿਛਲੇ ਹਫ਼ਤੇ ਦੀ ਮੁੜ ਕੇ ਫੇਰ ਸੁਣਨੀ ਹੈ ਤੇ ਤੁਹਾਨੂੰ ਉਹਦੇ ਵਿੱਚ ਬਹੁਤ ਫਾਇਦਾ ਹੋਊਗਾ। ਅੱਜ ਆਪਾਂ ਇਬਰਾਹਿਮ ਦੀ ਜਿਹੜੀ ਨੇਚਰ ਦੀ ਲੜਾਈ ਸੀ ਉਹ ਆਪਾਂ ਦੇਖ ਕੇ ਹਟੇ ਹਾਂ, ਪਰ ਆਪਾਂ ਪਹਿਲਾਂ ਜੀਸਸ ਦੇ ਬਾਰੇ ਦੇਖਦੇ ਹਾਂ ਬਈ ਉਹਨੇ ਸਾਨੂੰ ਕਿੱਦਾਂ ਲੜਾਈ ਲੜਨੀ ਕਹੀ ਸੀ। ਪਰ ਉਦੋਂ ਵੀ ਪਹਿਲਾਂ ਆਪਾਂ ਦੇਖਦੇ ਹਾਂ ਪਰਮੇਸ਼ਰ ਨੇਚਰ ਨੂੰ ਕਿੰਨਾ ਉੱਚਾ ਸਾਦਾ ਆ ਤੇ ਕਿੰਨਾ ਉਹ ਚਾਹੁੰਦਾ ਆ ਅਸੀਂ ਹਰੇਕ ਚੀਜ਼ ਦੇ ਵਿੱਚ ਨੇਚਰ ਰੱਖੀਏ। ਤੇ ਨੇਚਰ ਜਿੱਦਾਂ ਆਪਾਂ ਦੱਸ ਕੇ ਹਟੇ, ਨੇਚਰ ਦਾ ਮਤਲਬ ਕੀ ਆ? what does faith is? what is faith? ਨੇਚਰ ਕੀ ਆ? ਓਕੇ, ਜੇ ਮੈਂ ਕਹਿੰਦਾ ਹੁੰਦਾ ਡਿਫਰੈਂਟ ਲੋਕਾਂ ਨੂੰ ਪੁੱਛੋ ਤੇ ਉਹ ਨਹੀਂ ਸਾਨੂੰ ਡਿਫਰੈਂਟ ਜਵਾਬ ਦੇਣੇ ਆ। ਕਈਆਂ ਨੇ ਕਹਿਣਾ ਨੇਚਰ ਹੈਗੀ ਡੋਰਾਂ ਖਾਨੀਆਂ, ਲੋਕਾਂ ਨੂੰ ਜਾ ਕੇ ਦੱਸਣਾ। ਓਕੇ, ਬਹੁਤ ਸੋਹਣਾ ਲੱਗਦਾ ਜਦੋਂ ਉਹ ਕਹਿੰਦੇ ਆ। ਕਈਆਂ ਨੇ ਕਹਿਣਾ ਹਾਂਜੀ ਫੇਥ, ਮੇਰੀ ਫੇਥ ਹੋ ਰਿਹਾ। ਓਕੇ, ਸੋ ਆਪਣਿਆਂ ਦੇ ਉਹਨੇ ਆਈਡੀਆ ਜਿਹੇ ਬਣਾਏ ਹੋਏ ਆ। ਪਰ ਆਪਾਂ ਬਾਈਬਲ ਦੇ ਵਿੱਚੋਂ ਦੇਖਣਾ, ਕੋਈ ਵੀ ਮਤਲਬ ਦੇਖਣਾ, ਜੇ ਸਹੀ ਉਹਦਾ ਮਤਲਬ ਕੱਢਣਾ ਚਾਹੁੰਦੇ ਆ ਫਿਰ ਬਾਈਬਲ ਦੇ ਵਿੱਚੋਂ ਦੇਖਣਾ ਪੈਣਾ। ਹਬਰਾਨੀਆਂ ਦੀ ਕਿਤਾਬ ਉਹਦਾ ਪਹਿਲਾ ਚੈਪਟਰ
ਸੌਰੀ ਉਹਦਾ 11ਵਾਂ ਚੈਪਟਰ ਤੇ ਉਹਦੀ ਪਹਿਲੀ ਆਇਤ ਆਪਾਂ ਪੜਾਂਗੇ, ਜਿਹੜਾ ਆਪਾਂ ਨੂੰ ਦੱਸਦੇ ਆ ਨੇਚਾ ਕੀ ਚੀਜ਼ ਆ। ਓਕੇ, ਹਾਂਜੀ। ਇਹਨੂੰ ਇੰਗਲਿਸ਼ ਦੇ ਵਿੱਚ ਹੀਬਰੂਸ ਕਹਿੰਦੇ ਆ ਤੇ ਪੰਜਾਬੀ ਦੇ ਵਿੱਚ ਇਬਰਾਨੀਆਂ ਕਹਿੰਦੇ ਆ। ਉਹਦਾ 11ਵਾਂ ਚੈਪਟਰ 11th ਚੈਪਟਰ ਤੇ ਪਹਿਲੀ ਆਇਤ ਜਾਣੀ ਕਿ ਫਸਟ ਆਇਤ। ਨੇਚਾ ਦੇ ਸੂਰਬੀਰ, ਹੁਣ ਨੇਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਅਤੇ ਅਣਡਿੱਠ ਵਸਤਾਂ ਦੀ ਸਬੂਤੀ ਹੈ। ਆਮੀਨ। ਨੇਚਾ ਕੀ ਆ? ਜਿਹੜੀਆਂ ਚੀਜ਼ਾਂ ਅਸੀਂ ਦੇਖੀਆਂ ਨਹੀਂ ਹੈਗੀਆਂ, ਸਾਨੂੰ ਪੱਕਾ ਭਰੋਸਾ ਹੈ ਉਹਦੇ ਤੇ। ਜਿਹੜੀਆਂ ਚੀਜ਼ਾਂ ਹੱਲੇ ਸਾਡੇ ਕੋਲ ਹੈ ਨਹੀਂ ਗੀਆਂ ਪਰ ਬਾਈਬਲ ਕਹਿੰਦਾ ਹੈਗੀਆਂ ਆ, ਸਾਨੂੰ ਪੱਕਾ ਭਰੋਸਾ, ਇਹ ਨੇਚਾ ਆ। ਓਕੇ, ਸੋ ਬਾਈਬਲ ਦਾ ਡੈਫੀਨੇਸ਼ਨ ਨੇਚਾ ਦਾ ਇਹ ਆ, ਜਿਹੜੀਆਂ ਚੀਜ਼ਾਂ ਬਾਈਬਲ ਦੇ ਵਿੱਚ ਲਿਖੀਆਂ ਆ ਉਹ ਹੈਗੀਆਂ ਆ, ਅਸੀਂ ਪੱਕਾ ਭਰੋਸਾ ਰੱਖ ਲੈਂਦੇ ਆ, ਕੋਈ ਸ਼ੱਕ ਨਹੀਂ ਰਹਿਣ ਦਿੰਦੇ ਹੈਗੇ। ਇਹ ਪਰਮੇਸ਼ਰ ਵਾਲੀ ਨੇਚਾ ਆ। ਸੋ ਹੁਣ ਆਪਾਂ ਦੇਖਦੇ ਹਾਂ ਜੀਸਸ ਨੇ ਨੇਚਾ ਦੇ ਬਾਰੇ ਕਿੱਦਾਂ ਐਕਸਪਲੇਨ ਕੀਤਾ ਸੀਗਾ। ਮਾਰਕਸ ਦੀ ਕਿਤਾਬ, the book of Mark chapter 11 verse 22, 23 and 24। ਜੇ ਤੁਹਾਡੇ ਕੋਲ ਟਾਈਮ ਹੋਵੇ ਤਾਂ ਸਾਰਾ ਹੀ ਚੈਪਟਰ ਇਹ ਪੜ੍ਹਨਾ ਹੈ। ਹਾਂਜੀ ਹਾਂਜੀ, ਮਾਰਕਸ ਉਹਦਾ 11ਵਾਂ ਚੈਪਟਰ ਤੇ ਉਹਦੀ ਆਪਾਂ 22 ਤੋਂ ਲੈ ਕੇ 23-24 ਆਇਤ ਪੜ੍ਹਦੇ ਹਾਂ। ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਪਰਮੇਸ਼ਰ ਉੱਤੇ ਨਿਚਾ ਰੱਖੋ। ਮੈਂ ਤੁਹਾਨੂੰ ਸੱਚ ਆਖਦਾ ਹਾਂ ਵੀ ਜੋ ਕੋਈ ਇਸ ਪਹਾੜ ਨੂੰ ਕਹੇ ਉੱਠ ਔਰ ਸਮੁੰਦਰ ਵਿੱਚ ਜਾ ਪੈ ਅਤੇ ਆਪਣੇ ਮਨ ਵਿੱਚ ਭਰਮ ਨਾ ਕਰੇ, ਪਰ ਪ੍ਰਤੀਤ ਕਰੇ ਕਿ ਜਿਹੜੀਆਂ ਗੱਲਾਂ ਮੈਂ ਆਖਦਾ ਹਾਂ ਉਹ ਹੁੰਦੀਆਂ ਹਨ ਤੇ ਉਹਦੇ ਲਈ ਹੋ ਜਾਵੇਗਾ। ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੁਝ ਤੁਸੀਂ ਪ੍ਰਾਰਥਨਾ ਕਰਕੇ ਮੰਗੋ, ਪ੍ਰਤੀਤ ਕਰੋ ਜੋ ਸਾਨੂੰ ਮਿਲ ਗਿਆ ਤਾਂ ਤੁਹਾਨੂੰ ਮਿਲੇਗਾ। ਆਮੀਨ। ਸੋ ਯਿਸੂ ਮਸੀਹ ਇੱਥੇ ਜਿੱਥੋਂ ਸਕਾਲਣ ਲੱਗਾ ਸੀ ਉਹ ਇੱਥੋਂ ਸੀਗਾ। ਉਹ ਦਰਖਤ ਨੂੰ ਸਰਾਫ ਦਿੱਤਾ ਸੀ, ਉਹ ਸੁੱਕ ਗਿਆ ਸੀ ਤੇ ਫਿਰ ਚੇਲੇ ਉਹ ਦੇਖਦੇ ਆ ਵੀ ਯਿਸੂ ਮਸੀਹ ਦੀ ਨੇਚਾ ਕਿੰਨੀ ਆ, ਤੇ ਫਿਰ ਯਿਸੂ ਮਸੀਹ ਉਹਨਾਂ ਨੂੰ ਨੇਚਾ ਦੇ ਬਾਰੇ ਸਿਖਾਉਣ ਲੱਗਾ। ਸੋ 22 ਆਇਤ ਦੇ ਵਿੱਚ ਉਹ ਕਹਿੰਦਾ ਆ, and Jesus answering said unto him, have faith in God। ਕਹਿੰਦਾ ਪਰਮੇਸ਼ਰ ਦੇ ਵਿੱਚ ਨੇਚਾ ਰੱਖੋ। ਜਾਂ ਇਹ ਜਿਹੜੇ ਹਬਰਾਨੀਆਂ, ਮੈਂ ਹਬਰਾਨੀ ਨਹੀਂ ਜਾਣਦਾ ਹੈਗਾ, ਪਰ ਜਿਹੜੇ ਹਬਰਾਨੀਆਂ ਵਿੱਚੋਂ ਟ੍ਰਾਂਸਲੇਟ ਕਰਦੇ ਆ ਉਹ ਕਹਿੰਦੇ ਇਦਾਂ ਵੀ ਟ੍ਰਾਂਸਲੇਟ ਹੋ ਸਕਦਾ ਸੀਗਾ, ਪਰਮੇਸ਼ਰ ਵਰਗੀ ਨੇਚਾ ਰੱਖੋ। ਫਿਰ ਜੀਸਸ ਸਾਨੂੰ ਦੱਸਦਾ ਆ ਪਰਮੇਸ਼ਰ ਵਰਗੀ ਨੇਚਾ ਕਿੱਦਾਂ ਦੀ ਹੁੰਦੀ ਆ। ਸੋ ਉਹ ਕਹਿੰਦਾ, Jesus said, answered unto them, ਮੈਂ 22ਵੀਂ ਆਇਤ ਪੜ੍ਹਦਾ ਹਾਂ, have faith in God, for truly I say unto you। Okay, ਸੋ ਕਹਿੰਦਾ have faith in God, ਪਰਮੇਸ਼ਰ ਵਰਗੀ ਜਾਂ ਪਰਮੇਸ਼ਰ ਦੇ ਵਿੱਚ ਨੇਚਾ ਰੱਖੋ। ਉਹ ਕਿੱਦਾਂ ਦੀ ਹੈ? 23ਵੀਂ ਆਇਤ ਵਿੱਚ ਦੱਸਦਾ, that whosoever shall say unto this mountain, ਜਿਹੜਾ ਵੀ ਇਸ ਪਹਾੜ ਨੂੰ ਕਹੂਗਾ, be thou removed and be cast into the sea, ਇੱਥੋਂ ਉੱਠ ਕੇ ਸਮੁੰਦਰ ਦੇ ਵਿੱਚ ਪੈ ਜਾ, and shall not doubt in his heart, ਤੇ ਆਪਣੇ ਦਿਲ ਦੇ ਵਿੱਚ ਸ਼ੱਕ ਨਾ ਕਰੂਗਾ। ਇੱਥੇ ਇੱਕ ਨੋਟ ਬਣਾਉਣਾ, ਉਹ ਕੀ ਆ? ਇੱਥੇ ਉਹ ਮਾਈਂਡ ਦੀ ਗੱਲ ਨਹੀਂ ਕਰਦਾ ਹੈਗਾ, ਆਪਣੇ ਮਾਈਂਡ ਦੇ ਵਿੱਚ ਸ਼ੱਕ ਨਹੀਂ ਕਰਨਾ ਹੈਗਾ। ਕੀ ਲਿਖਿਆ? ਦਿਲ ਦੇ ਵਿੱਚ ਸ਼ੱਕ ਨਹੀਂ ਕਰਨਾ ਹੈਗਾ। ਮੈਂ ਜੋ ਪੜ੍ਹਦਾ ਹੁੰਦਾ ਸੀ ਆਪਣੇ ਮਾਈਂਡ ਹੀ ਸ਼ੱਕ ਨਹੀਂ ਕਰਨਾ ਹੈਗਾ, ਲਿਖਿਆ ਦਿਲ ਸੀਗਾ। ਆਟੋਮੈਟਿਕਲੀ ਸਾਡੇ ਦਿਮਾਗ ਵਿੱਚ ਇਹਦਾ ਆਉਂਦਾ ਮਾਈਂਡ ਆ, ਮਾਈਂਡ ਨਹੀਂ ਹੈਗਾ, ਦਿਲ ਦੀ ਗੱਲ ਕਰ ਰਿਹਾ, ਦਿਲ ਦੇ ਵਿੱਚ ਸ਼ੱਕ ਨਾ ਹੋਵੇ। ਓਕੇ, ਬਹੁਤ ਫਰਕ ਹੈ। ਮਾਈਂਡ ਵਿੱਚ ਸ਼ੱਕ ਹੋ ਸਕਦਾ, ਨੇਚਰ ਫੇਰ ਹੀ ਕੰਮ ਕਰ ਸਕਦੀ ਹੈ। ਓਕੇ, ਸੋ ਇੱਥੇ ਕੀ ਕਹਿੰਦਾ? and he shall not doubt in his heart, but shall believe that those things he says come to pass, he will have whatsoever he says। ਕਹਿੰਦਾ ਨੇਚਰ ਰੱਖੂਗਾ, ਜਿਹੜੀਆਂ ਚੀਜ਼ਾਂ ਉਹ ਕਹਿੰਦਾ ਆ ਉਹ ਹੋ ਜਾਣਗੀਆਂ, ਜੋ ਵੀ ਉਹ ਕਹਿੰਦਾ ਆ ਉਹਦੇ ਵਾਸਤੇ ਹੋ ਜਾਊਗਾ। ਇਹ ਪਰਮੇਸ਼ਰ ਵਾਲੀ ਨੇਚਰ ਦੇ ਬਾਰੇ ਸਾਨੂੰ ਜੀਸਸ ਕਹ ਰਿਹਾ ਹੈ। ਫਿਰ ਉਹ ਇਹਨੂੰ ਪੱਕਾ ਕਰਨ ਵਾਸਤੇ ਉਹ ਹੱਲੇ ਵੀ ਕਰ ਸਾਰੇ ਕਿ ਮੇਰੀ ਦਿਮਾਗ 'ਚ ਪਿਆ ਨਹੀਂ ਹੁੰਦਾ। 24ਵੀਂ ਆਇਤ ਵਿੱਚ ਦੱਸਦਾ ਆ ਨੇਚਰ ਦੀ ਪ੍ਰੈਕਟਿਸ ਕਿੱਦਾਂ ਕਰਨੀ ਆ। ਇੱਕ ਵਾਰ 24ਵੀਂ ਆਇਤ ਫਿਰ ਪੜ੍ਹਿਓ। ਹਾਂਜੀ, ਮਾਰਕਸ ਉਹਦਾ 11ਵਾਂ ਚੈਪਟਰ ਤੇ 24 ਆਇਤ ਜਾਣੀ ਕਿ 24 ਆਇਤ। ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੁਝ ਤੁਸੀਂ ਪ੍ਰਾਰਥਨਾ ਕਰਕੇ ਮੰਗੋ, ਪ੍ਰਤੀਤ ਕਰੋ ਜੋ ਸਾਨੂੰ ਮਿਲ ਗਿਆ ਤਾਂ ਫਿਰ ਤੁਹਾਨੂੰ ਮਿਲੇਗਾ।
ਸੋ ਕੀ ਕਹਿੰਦਾ, ਜਦੋਂ ਅਸੀਂ ਪ੍ਰਾਰਥਨਾ ਕਰਕੇ ਮੰਗ ਲਈ ਕੋਈ ਚੀਜ਼, ਨੇਚਰ ਕਰੋ ਬਈ ਸਾਨੂੰ ਮਿਲ ਗਈ ਆ, ਫੇ ਮਿਲ ਜਾਊਗੀ। ਪਹਿਲਾਂ ਨਹੀਂ ਅਸੀਂ ਕਹਿੰਦੇ ਆ ਜਦੋਂ ਸਾਡੇ ਕੋਲ ਮਿਲ ਗਈ ਫੇ ਮਿਲ ਜੂਗੀ। ਨੋ, ਉਹ ਕਹਿੰਦਾ ਪਹਿਲਾਂ ਨੇਚਰ ਇਦਾਂ ਕਹਿੰਦੀ, ਪਰਮੇਸ਼ਰ ਵਰਗੀ ਨੇਚਰ ਇਦਾਂ ਕਹਿੰਦੀ ਆ, ਪਹਿਲਾਂ ਯਕੀਨ ਰੱਖੋ, ਭਰੋਸਾ ਰੱਖੋ ਬਈ ਸਾਨੂੰ ਮਿਲ ਗਈ ਆ, ਫੇ ਮਿਲ ਜੂਗੀ। ਓਕੇ, ਸੋ ਸਾਨੂੰ ਇੱਥੇ ਕੁਛ ਕਰਨ ਦੀ ਜ਼ਰੂਰਤ ਹੈ, ਸਾਨੂੰ ਆਪਣਾ ਮਾਈਂਡ ਸੈੱਟ ਕਰਨ ਦੀ ਜ਼ਰੂਰਤ ਹੈ। ਸਾਨੂੰ ਜਦੋਂ ਆਪਾਂ ਏਬਰਾਹਮ ਦੇ ਵੱਲ ਦੇਖਾਂਗੇ, ਥੋੜ੍ਹੀ ਆਪਾਂ ਨੂੰ ਪਤਾ ਲੱਗਣ ਆਪਣਾ ਇਹ ਕਿੱਦਾਂ ਕਰਨੀ ਹੈ। ਏਬਰਾਹਮ ਨੇ ਸਾਨੂੰ ਕਰਕੇ ਦਿਖਾ ਲਿਆ ਸੀਗਾ। ਓਕੇ, ਸੋ ਪ੍ਰੇਜ਼ ਦ ਲੋਰਡ, ਬਈ ਪਹਿਲਾ ਚੀਜ਼ ਕਰਨੀ, ਨੇਚਰ ਬਲੀਵ ਕਰਨਾ ਬਈ ਇਹ ਹੋ ਗਈ ਆ। ਆਪਾਂ ਇੱਥੇ ਲੜਾਈ ਦੀ ਗੱਲ ਦੇ ਵਿੱਚ ਇਹ ਲਿਆਉਂਦੇ ਆ, ਜਦੋਂ ਸ਼ੈਤਾਨ ਦੇ ਨਾਲ ਸਾਡੀ ਲੜਾਈ ਹੁੰਦੀ ਆ, ਜੇ ਅਸੀਂ ਉਹਨੂੰ ਹੁਕਮ ਦਿੰਦੇ ਆ। ਇੱਥੇ ਇੰਗਲੈਂਡ ਦੇ ਵਿੱਚ ਇੱਕ ਸੇਵਕ ਹੋਇਆ, ਉਹਦਾ ਨਾਮ ਸੀਗਾ ਵਿਗਲਸਵਰਥ, ਸਮਿਥ ਵਿਗਲਸਵਰਥ। ਓਕੇ, ਤੇ ਉਹ ਕਿਸੇ ਭੈਣ ਦੇ ਵਿੱਚ ਭੂਤ ਸੀਗਾ, ਤੇ ਉਹ ਕਹਿੰਦਾ, ਉਹ ਤੇ ਭੂਤ ਕੱਢੇ, ਕਹਿੰਦਾ ਮੈਂ ਯਿਸੂ ਮਸੀਹ ਨਾਲ ਹੁਕਮ ਦਿੰਦਾ, ਇਹਨੂੰ ਛੱਡ ਕੇ ਚੱਲ ਜਾ। ਇਦਾਂ ਹੀ ਕਹਿ ਕੇ ਉਹ ਘਰੋਂ ਬਾਹਰ ਨਿਕਲਣ ਲੱਗ ਪਿਆ। ਉਹ ਪਿੱਛੇ ਹੱਲੇ ਗਾਲਾਂ ਕੱਢਦੀ ਆਉਂਦੀ ਹੈ, ਜਿਹੜਾ ਭੂਤ ਸੀ ਉਹਦੇ ਵਿੱਚੋਂ, ਮੂੰਹ ਦੇ ਵਿੱਚੋਂ ਗਾਲਾਂ ਕੱਢ ਕੇ ਆਉਂਦਾ, ਤੂੰ ਨਹੀਂ ਮੈਨੂੰ ਕੱਢ ਸਕਦਾ, ਤੂੰ। ਉਹ ਪਰ ਉਹਨੂੰ ਹੁਕਮ ਦੇਤਾ, ਫਿਨਿਸ਼ਡ ਆ। ਜਦੋਂ ਉਹ ਬੂਹੇ ਤੇ ਜਾ ਕੇ ਪਹੁੰਚਾ, ਉਹ ਕਹਿੰਦਾ ਮੈਂ ਤੈਨੂੰ ਕਹਿ ਹਟਿਆ, ਮੈਂ ਤੈਨੂੰ ਕਿਹਾ ਸੀਗਾ, ਬਸ ਫਿਨਿਸ਼ਡ। ਇੱਕੋ ਹੀ ਦਮ ਉਹ ਠੀਕ ਹੋ ਗਏ। ਕੀ ਕਰਦਾ ਸੀ? ਉਹ ਨੇਚਰ ਰੱਖਦਾ ਸੀ ਬਈ ਹੋ ਗਿਆ, ਤੇ ਉਹ ਹੋ ਗਿਆ। ਮੈਂ ਵੀ ਕਈ ਵਾਰੀ ਇਹ ਦੇਖਿਆ ਆ, ਜਦੋਂ ਅਸੀਂ ਨੇਚਰ ਰੱਖਦੇ ਹਾਂ, ਫੇਰ ਜਿਹੜੀ ਸਾਡੀ ਲੜਾਈ ਹੁੰਦੀ ਸ਼ੈਤਾਨ ਦੇ ਨਾਲ, ਅਸੀਂ ਜਿੱਤ ਲੈਂਦੇ ਹਾਂ। ਜੇ ਅਸੀਂ ਅੱਖਾਂ ਨਾਲ ਦੇਖਦੇ ਹਾਂ, ਕੰਨਾਂ ਨਾਲ ਸੁਣਦੇ ਹਾਂ, ਉਹ ਹੱਲੇ ਹੋਈ ਨਹੀਂ ਹੈਗੀ, ਤੇ ਅਸੀਂ ਫਿਰ ਮੁੜ ਕੇ ਫੇਰ ਐਕਟਿੰਗ ਕਰੀ ਜਾਂਦੇ ਹਾਂ ਵੀ ਹੋਰ ਹੁਕਮ ਦੇ ਦਿਓ, ਹੋਰ ਹੁਕਮ ਦੇ ਦਿਓ, ਹੋਰ ਹੁਕਮ ਦੇ ਦਿਓ। ਨੋ, ਹੁਕਮ ਦੇ ਕੇ ਮਗਰੋਂ ਸਾਨੂੰ ਨੇਚਰ ਰੱਖਣ ਦੀ ਜ਼ਰੂਰਤ ਹੈ। ਕੀ ਹੈ? ਇਹ ਨੇਚਰ ਦੀ ਲੜਾਈ ਆ। ਦਿਸ ਇਜ਼ ਦ ਫਾਈਟ ਆਫ ਫੇਥ। ਓਕੇ, ਹੁਣ ਆਪਾਂ ਦੇਖਦੇ ਏਬਰਾਹਮ ਨੇ ਕਿੱਦਾਂ ਨੇਚਰ ਰੱਖੀ ਸੀ। ਆਪਾਂ 13ਵੀਂ ਚੌਥਾ ਰੋਮਨਸ ਚੈਪਟਰ 4 ਵਰਸ 13 ਤੋਂ ਲੱਗਣ ਲੱਗੇ ਆ। ਓਕੇ, 13ਵੀਂ ਆਇਤ ਦੇ ਵਿੱਚ ਇੱਥੇ ਸਾਨੂੰ ਦੱਸਦਾ ਉਹ ਬਹੁਤ ਕਲੀਅਰਲੀ, ਫॉर द promise that he should be the father, the heir of the world was not to Abraham or to his seed through the law, but through the righteousness of faith. ਇੱਥੇ ਕੱਲਾ ਆਈਜ਼ਿਕ ਦੀ ਗੱਲ ਨਹੀਂ ਵੀ ਉਹਨੂੰ ਇੱਕ ਲੜਕਾ ਜੰਮਣਾ, ਉਹਦਾ ਆਈਜ਼ਿਕ ਜਿਹੜਾ ਹੁਣ ਜੰਮਣਾ ਸੀ ਬਣੀ, ਉਹਦੀ ਗੱਲ ਨਹੀਂ ਹੁੰਦੀ ਹੈਗੀ, ਪਰ ਉੱਥੇ ਮੁਕਤੀ ਦੀ ਵੀ ਗੱਲ ਹੋ ਰਹੀ ਆ। ਜੇ ਏਬਰਾਹਮ ਨੇ ਇਦਾਂ ਦੀ ਨੇਚਰ ਰੱਖੀ, ਉਹਨੂੰ ਮੁਕਤੀ ਮਿਲ ਜਾਣੀ, ਉਹਦੇ ਪਾਪ ਮਾਫ ਹੋ ਜਾਣੇ, ਪਰਮੇਸ਼ਰ ਨੇ ਉਹਨੂੰ ਧਰਮਬਾਜੀ ਬਣਾ ਦੇਣਾ। ਇੱਥੇ ਇਹੀ ਸਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ, ਸਾਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦੇ ਆ। 14ਵੀਂ ਆਇਤ ਦੇ ਵਿੱਚ ਕਹਿੰਦਾ, for if they which were of the law be heirs, faith is made void, and the promise made non effect. ਇਹਦਾ ਕੀ ਮਤਲਬ? ਉਹ ਕਹਿੰਦਾ ਜੇ ਕਾਨੂੰਨ ਰੱਖ ਕੇ ਧਰਮਬਾਜੀ ਬਣ ਸਕਦੇ ਹੁੰਦੇ, ਜਿਹੜੇ 10 ਹੁਕਮ ਸੀ ਜੇ ਉਹ ਰੱਖ ਕੇ ਧਰਮਬਾਜੀ ਬਣ ਜਾਂਦੇ ਹੁੰਦੇ, ਤੇ ਉਹ ਬਣ ਜਾਣਾ ਸੀ, ਪਰ ਕੋਈ ਵੀ ਹੁਕਮ ਰੱਖ ਨਹੀਂ ਸਕਿਆ ਹੈਗਾ। ਸੋ ਪਰਮੇਸ਼ਰ ਨੇ ਕੀ ਕਿਹਾ? ਨੇਚਰ ਦੇ ਨਾਲ ਤੁਸੀਂ ਧਰਮਬਾਜੀ ਬਣ ਸਕਦੇ ਆ। 15ਵੀਂ ਆਇਤ ਦੇ ਵਿੱਚ ਕਹਿੰਦਾ, because the law worketh wrath, for there is no law, there is no transgressions. ਕਾਨੂੰਨ ਤੋਂ ਪਹਿਲਾਂ ਕੋਈ ਕਾਨੂੰਨ ਨਹੀਂ ਸੀ, ਪਰ ਜਿਹੜਾ ਕਾਨੂੰਨ ਆ ਉਹ ਪਰਮੇਸ਼ਰ ਦਾ ਕ੍ਰੋਧ ਲੈ ਕੇ ਆਉਂਦਾ ਆ। ਕ੍ਰੋਧ ਕੀ ਹੁੰਦਾ? ਜਦੋਂ ਅਸੀਂ ਕਾਨੂੰਨ ਦੇ ਆਖੇ ਨਹੀਂ ਲੱਗਦੇ ਹੈਗੇ, ਫਿਰ ਸਾਨੂੰ ਸਜ਼ਾ ਦਾ ਹੁਕਮ ਆ। ਬਾਈਬਲ ਕੀ ਕਹਿੰਦੀ? ਪਾਪਾਂ ਦੀ ਮਜ਼ਦੂਰੀ ਮੌਤ ਆ, ਪਰ ਪਰਮੇਸ਼ਰ ਦੀ ਫ੍ਰੀ ਗਿਫਟ ਸਦਾ ਦਾ ਜੀਵਨ ਆ। ਸੋ ਜਦੋਂ ਅਸੀਂ ਪਾਪ ਕਰਦੇ, ਅਸੀਂ ਸਜ਼ਾ ਦੇ ਥੱਲੇ ਹੋ ਜਾਂਦੇ ਹਾਂ। Therefore, it is of faith that it might be of grace. ਉਹ ਕਹਿੰਦਾ ਨੇਚਰ ਦੇ ਨਾਲ ਆ, ਫਿਰ ਕਿਰਪਾ ਹੋ ਜਾਂਦੀ ਆ। ਜਦੋਂ ਅਸੀਂ ਕੰਮਾਂ ਦੇ ਨਾਲ ਕਿਰਪਾ ਨਹੀਂ ਹੋਣੀ, ਉਹ ਤਾਂ ਸਾਡੇ ਕਮਾਈ ਹੋਣੀ ਆ। ਪਰ ਜਦੋਂ ਅਸੀਂ ਨੇਚਰ ਦੇ ਨਾਲ ਰੱਖਦੇ ਹਾਂ, ਉੱਥੇ ਫਿਰ ਪਰਮੇਸ਼ਰ ਕਿਰਪਾ ਕਰ ਲੈਂਦਾ। To the end promise must be sure to all seed. ਜਿੰਨੇ ਵੀ ਉਹਦੇ ਬੀ ਹੋਣੇ ਸੀ, ਉਹਨਾਂ ਸਾਰਿਆਂ ਵਾਸਤੇ ਇਹ ਪੱਕਾ ਵਾਅਦਾ ਆ। Not to the only to the law, but to those which are
of the faith of Abraham, who is the father of us all. Abraham ਨੇਚਰ ਦੇ ਵਿੱਚ ਸਾਡਾ ਪਿਤਾ ਆ, ਤੇ ਉਹ ਕਹਿੰਦਾ ਉਹ ਨੇਚਰ ਦੇ ਨਾਲ, ਕਾਨੂੰਨ ਦੇ ਨਾਲ ਨਹੀਂ ਉਹ ਰਾਈਚਸ ਬਣਿਆ ਸੀ, ਧਰਮਬਾਜੀ ਬਣਿਆ ਸੀ, ਕਰਕੇ ਕਾਨੂੰਨ ਉਦੋਂ ਹੈ ਨਹੀਂ ਸੀਗਾ। ਉਹ ਫੇਥ ਦੇ ਨਾਲ ਪਰਮੇਸ਼ਰ ਨੇ ਉਹਨੂੰ ਕੁਝ ਦੱਸਿਆ ਤੇ ਉਹਨੇ ਨੇਚਾ ਕਰ ਲਈ, ਤੇ ਉਹਨੂੰ ਪਰਮੇਸ਼ਰ ਨੇ ਧਰਮਬਾਜੀ ਗਿਣ ਲਿਆ। 17ਵੀਂ ਆਇਤ begins, as it is written, I have made thee a father of many nations. ਕਹਿੰਦਾ ਜਿੱਦਾਂ ਲਿਖਿਆ ਗਿਆ, ਮੈਂ ਤੈਨੂੰ ਬਹੁਤ ਕੌਮਾਂ ਦਾ ਪਿਤਾ ਬਣਾਤਾ। ਅੱਜ ਕੱਲ੍ਹ ਨੇਚਰ ਦੇ ਵਿੱਚ ਜਿੰਨੇ ਵੀ ਤੁਸੀਂ ਸੁਣ ਰਹੇ, ਜਿਹਨੇ ਨੇਚਰ ਰੱਖਣ ਵਾਲੇ ਆ, ਏਬਰਾਹਮ ਆਪਣਾ ਫਾਦਰ ਆ। ਬਿਫੋਰ ਹਿਮ ਹੂ ਬਲੀਵਡ ਗॉड, ਕਰਕੇ ਉਹਨੇ ਨੇਚਰ ਪਰਮੇਸ਼ਰ ਦੇ ਵਿੱਚ ਰੱਖ ਲਈ ਸੀ। ਈਵਨ ਗॉड who quickeneth the dead and calleth those things which be not as though they were. ਪਰਮੇਸ਼ਰ ਕੀ ਕਰਦਾ ਹੈ? ਉਹ ਚੀਜ਼ਾਂ ਕਹਿਣ ਲੱਗ ਪੈਂਦਾ ਆ ਜਿਹੜੀਆਂ ਹੈ ਨਹੀਂ ਗੀਆਂ, ਤੇ ਉਹ ਹੋ ਜਾਂਦੀਆਂ ਆ। ਏਦਾਂ ਹੀ ਇਬਰਾਹਿਮ ਨੇ ਕੀਤਾ, ਉਹ ਚੀਜ਼ਾਂ ਕਹਿਣ ਲੱਗ ਪਿਆ ਜਿਹੜੀਆਂ ਹੈ ਨਹੀਂ ਗੀਆਂ, ਪਰਮੇਸ਼ਰ ਵਾਂਗ, ਤੇ ਹੋ ਗਈਆਂ। ਪਰਮੇਸ਼ਰ ਨੇ ਉਹਨੂੰ ਧਰਮਬਾਜੀ ਬਣਾਤਾ। ਸੋ ਕਿਹੜੀ ਚੀਜ਼ ਉਹ ਕਹਿੰਦਾ ਸੀਗਾ ਜਿਹੜੀਆਂ ਹਾਲੇ ਹੋਈ ਨਹੀਂ ਸੀ, ਤਾਂ ਉਹ ਕਹਿੰਦਾ ਸੀ ਹੈਗੀ ਆ। ਉਹ ਆਪਣੇ ਪੁੱਤਰ ਦੇ ਬਾਰੇ ਗੱਲ ਕਰ ਰਿਹਾ, ਉਹ ਜਿਹੜਾ ਉਹਨੂੰ ਐਜ਼ ਆਈਜ਼ਕ ਦਿੰਦਾ, ਉਹਦੇ ਬਾਰੇ ਗੱਲ ਕਰ ਰਿਹਾ। ਇੱਥੇ ਫਿਰ ਉਹ ਦੱਸਦਾ ਆ ਨੇਚਰ ਦੀ ਲੜਾਈ ਕਿੱਦਾਂ ਹੁੰਦੀ ਆ। who against hope believed in hope, ਜਿੱਥੇ ਉਮੀਦ ਨਹੀਂ ਸੀ ਉਹਨੇ ਨੇਚਰ ਰੱਖੀ। ਕਿੱਥੇ ਉਮੀਦ ਨਹੀਂ ਸੀ? ਉਹਦੀ ਜਿਹੜੀ ਵਾਈਫ ਸੀ ਸੈਰਾ, ਉਹ 90 ਸਾਲ ਦੀ ਹੋ ਚੁੱਕੀ ਸੀ। ਏਬਰਾਹਮ 100 ਸਾਲ ਦਾ ਹੋ ਚੁੱਕਾ ਸੀ, ਤੇ ਪਰਮੇਸ਼ਰ ਨੇ ਉਹਨਾਂ ਨੂੰ ਕਿਹਾ ਸੀ ਤੁਸੀਂ ਬੱਚਾ ਜਨਮੋਗੇ, ਤੇ ਉਹ ਨੇਚਰ ਰੱਖਦਾ ਆ ਬਈ ਸਾਡੇ ਬੱਚਾ ਹੋਣਾ ਆ। ਜਿੱਥੇ ਉਮੀਦ ਨਹੀਂ ਸੀ, 90 ਸਾਲ ਦੀ ਔਰਤ ਨੂੰ ਬੱਚਾ ਨਹੀਂ ਹੋਣਾ ਹੈਗਾ। ਜਿਹੜੇ ਆਦਮੀ 100 ਸਾਲ ਦਾ ਹੁਣ ਹੋਇਆ, ਉਹਨੂੰ ਬੱਚਾ ਨਹੀਂ ਹੋਣਾ ਹੈਗਾ, ਉਹ ਬੱਚਾ ਨਹੀਂ ਪ੍ਰਕ੍ਰੀਏਟ ਕਰ ਸਕਦਾ ਹੈਗਾ। ਪਰ ਉਹ ਬਲੀਵ ਕਰਦਾ, ਉਹ ਨੇਚਰ ਕਰਦਾ। ਪਰਮੇਸ਼ਰ ਨੇ ਬੋਲ ਦਿੱਤਾ, ਹੁਣਾ ਹੀ ਹੋਣਾ। ਇਹ ਨੇਚਰ ਦੇ ਬਾਰੇ ਗੱਲ ਕਰ ਰਹੇ ਆ। ਜਿਹੜੀ ਚੀਜ਼ ਦਿਸਦੀ ਨਹੀਂ, ਜਿਹੜੀ ਚੀਜ਼ ਹੋ ਨਹੀਂ ਸਕਦੀ, ਪਰ ਪਰਮੇਸ਼ਰ ਨੇ ਕਿਹਾ ਹੋ ਸਕਦੀ ਆ, ਤੇ ਉਹਦੇ ਵਿੱਚ ਨੇਚਰ ਰੱਖਣੀ। ਅਕੋਰਡਿੰਗ ਟੂ ਦੈਟ ਵਿਚ ਵਾਸ ਸਪੋਕਨ, ਉਹ ਕਰਕੇ ਪਰਮੇਸ਼ਰ ਨੇ ਬੋਲ ਦਿੱਤੀ ਸੀ, ਤੇ ਉਹਦਾ ਯਕੀਨ ਸੀ। ਆਪਣੇ ਕੋਲੋਂ ਨਹੀਂ ਉਹ ਬਣਾ ਸਕਦਾ ਸੀ, ਪਰਮੇਸ਼ਰ ਦਾ ਬਚਨ ਸੀ। ਪਰਮੇਸ਼ਰ ਨੇ ਬਚਨ ਬੋਲਿਆ ਸੀ, ਉਹ ਬਚਨ ਲੈ ਕੇ ਖੜਾ ਸੀ ਬਈ ਤੁਸੀਂ ਕਹਿ ਦਿੱਤਾ, ਹੋ ਗਿਆ। ਸੋ ਸ਼ੈਲ ਦ ਸੀਡ ਬੀ, ਉਹ ਕਹਿੰਦਾ ਇਦਾਂ ਹੀ ਤੇਰਾ ਬੀ ਹੋਊਗਾ, ਕਰਕੇ ਤੂੰ ਇਦਾਂ ਨੇਚਰ ਰੱਖੀ ਹੈ। ਐਂਡ ਬੀਇੰਗ ਨਾਟ ਇਨ ਵੀਕ, ਕੀ ਹੋਇਆ? ਨੇਚਰ ਦੇ ਵਿੱਚ ਉਹ ਕਮਜ਼ੋਰ ਨਹੀਂ ਸੀ। ਕਾਹਤੇ ਕਮਜ਼ੋਰ ਨਹੀਂ ਸੀ? ਆਪਾਂ ਕਈ ਵਾਰੀ ਨੇਚਰ ਦੇ ਵਿੱਚ ਕਮਜ਼ੋਰ ਹੋ ਜਾਂਦੇ ਆ। ਇੱਥੇ ਆਪਾਂ ਏਬਰਾਹਮ ਤੋਂ ਸਿੱਖ ਸਕਦੇ ਆ ਅਸੀਂ ਕਿੱਦਾਂ ਸਟਰੋਂਗ ਰਹਿਣਾ, ਅਸੀਂ ਕਿੱਦਾਂ ਨਰੋਏ ਰਹਿਣਾ ਨੇਚਰ ਦੇ ਵਿੱਚ। ਏਬਰਾਹਮ ਕਿੱਦਾਂ ਨਹੀਂ, ਆਪਾਂ ਨੂੰ ਇੱਥੇ ਕਲੀਅਰਲੀ ਦੱਸਦਾ ਆ। ਮੈਂ ਜਿੱਦਾਂ ਕਿਹਾ ਸੀ, ਹੁਣ ਫੇਰ ਇੱਕ ਵਾਰੀ ਮੈਂ ਤੁਹਾਨੂੰ ਚੇਤੇ ਕਰਾਉਣਾ, ਜੋ ਮੈਂ ਕਹਿੰਦਾ ਜੇ ਚੇਤਾ ਵੀ ਭੁੱਲ ਗਿਆ ਕੋਈ ਨਹੀਂ, ਪਰ ਆਹ ਜਿਹੜੀਆਂ ਆਇਤਾਂ ਚੇਤੇ ਰੱਖ ਲੈਣੀਆਂ, ਮੁੜ ਮੁੜ ਕੇ ਫੇਰ ਪੜ੍ਹ ਲੈਣਾ, ਤੇ ਤੁਸੀਂ ਸਿੱਖ ਲੈਣਾ ਨੇਚਰ ਕਿੱਦਾਂ ਰੱਖਣੀ ਆ। ਪਹਿਲਾਂ ਮਾਰਕਸ 11, 22, 23, 24, ਫੇਰ ਜਿਹੜਾ ਆਪਾਂ ਇੱਥੇ ਹੁਣ ਰੋਮੀਓ ਦੇ ਵਿੱਚ ਦੇਖਦੇ 13 ਤੋਂ 25 ਤੱਕ, ਚੌਥੇ ਚੈਪਟਰ ਦੇ ਵਿੱਚ ਰੋਮੀਓ ਦੇ ਵਿੱਚੋਂ। ਓਕੇ, ਚੇਤਾ ਰੱਖਣਾ, ਲਿਖ ਲੈਣਾ, ਦਿਮਾਗ ਵਿੱਚ ਪਾਲਣਾ, ਨਿਕਲ ਨਹੀਂ ਦੇਣਾ ਹੈਗਾ। ਜਦੋਂ ਮਰਜੀ ਨੇਚਰ ਅਸੀਂ ਸਿੱਖ ਲੈਣੀ ਆ। 19ਵੀਂ ਆਇਤ ਦੇ ਵਿੱਚ ਕਹਿੰਦਾ not being weak in faith, ਫੇਥ ਦੇ ਵਿੱਚ ਕਮਜ਼ੋਰ ਨਹੀਂ ਸੀ ਉਹ। ਕਾਹਤੇ ਨਹੀਂ ਕਮਜ਼ੋਰ ਸੀਗਾ? he considered not his own body now dead, ਉਹ ਆਪਣੇ ਸਰੀਰ ਦੇ ਬਾਰੇ ਨਹੀਂ ਸੋਚਦਾ ਸੀਗਾ ਜਿਹੜਾ ਹੁਣ ਮਰ ਚੁੱਕਾ ਆ, ਹੁਣ 100 ਸਾਲ ਦਾ ਹੋ ਗਿਆ, ਹੁਣ ਉਹ ਪ੍ਰੋਡਿਊਸ ਨਹੀਂ ਕਰ ਸਕਦਾ ਹੈਗਾ, ਉਹਦੇ ਬਾਰੇ ਨਹੀਂ ਸੋਚਦਾ ਹੈਗਾ। ਇਹਦਾ ਕੀ ਮਤਲਬ? ਜਿਹੜੇ ਸਾਡੇ ਕੋਲ ਸੋਚਾਂ ਆਉਂਦੀਆਂ ਆ, ਕਹਿੰਦੀਆਂ ਇਹ ਚੀਜ਼ਾਂ ਹੋ ਨਹੀਂ ਸਕਦੀਆਂ ਹੈਗੀਆਂ। ਤੁਹਾਡਾ ਲੜਕਾ, ਤੁਹਾਡੀ ਲੜਕੀ, ਤੁਹਾਡਾ ਬਿੱਲ, ਤੁਹਾਡੀਆਂ ਸਾਰੀ ਚੀਜ਼ ਜਿਹੜੀਆਂ ਹੁਣ ਲੰਘ ਗਈਆਂ, ਕਿਸੇ ਤਰ੍ਹਾਂ ਵੀ ਤੁਹਾਡੇ ਕੋਲ ਪੈਸੇ ਆ ਨਹੀਂ ਸਕਦੇ ਬਿੱਲ ਪੇ ਕਰਨ ਨੂੰ, ਕਿਸੇ ਤਰ੍ਹਾਂ ਵੀ ਤੁਹਾਡੇ ਲੜਕੀ ਦਾ ਜੀਵਨ ਬਦਲ ਨਹੀਂ ਸਕਦਾ ਹੈਗਾ, ਅਨਹੋਣਾ ਆ। ਉਹ ਬਲੀਵ ਕਰਦਾ ਸੀ ਹੋ ਜਾਣਾ ਹੈ, ਕਰਕੇ ਪਰਮੇਸ਼ਰ ਕਹਿੰਦਾ ਸੀ ਹੋ ਜਾਣਾ ਹੈ। ਸੋ ਜੋ ਉਹਦਾ ਸਰੀਰ ਸੀ ਉਹ ਨਹੀਂ ਦੇਖਦਾ ਸੀ, ਉਹ ਜਿਹੜੀਆਂ ਆਬਸਟੀਕਲਸ ਮੋਹਰੇ ਖੜੀਆਂ ਸੀ ਉਹ ਨਹੀਂ ਦੇਖਦਾ ਸੀਗਾ।
ਅਸੀਂ ਕਈ ਵਾਰ ਇੰਨਾ ਧਿਆਨ ਲਾਇਆ ਬਈ ਜਿਹੜੀਆਂ ਇੰਨੀਆਂ ਅਣਹੋਣੀਆਂ ਚੀਜ਼ਾਂ, ਮੈਂ ਕਈ ਵਾਰੀ ਕਹਿੰਦਾ ਹੁੰਦਾ ਜਦੋਂ ਮੈਨੂੰ ਟੈਲੀਫੋਨ ਆਉਂਦੇ ਭੈਣ ਭਰਾਵਾਂ ਦੇ, ਉਹਨੇ ਮੈਨੂੰ 10 ਮਿੰਟ ਲਾਉਣੇ ਦੱਸਦਿਆਂ ਨੂੰ ਕਾਹਤੇ ਨਹੀਂ ਹੋ ਸਕਦੀ ਹੈਗੀ। ਮੈਨੂੰ ਉਹਨੇ ਇਹ ਨਹੀਂ ਦੱਸਣਾ ਹੈਗਾ ਪਰਮੇਸ਼ਰ ਦੇ ਬਚਨ 'ਚ ਲਿਖਿਆ ਹੋ ਸਕਦੀ ਆ, ਉਹਨੇ ਮੈਨੂੰ ਇਹ ਦੱਸਣਾ ਕਾਹਤੇ ਨਹੀਂ ਹੋ ਸਕਦੀ ਹੈਗੀ। ਪਾਸਟਰ ਜੀ ਤੁਸੀਂ ਜਾਣਦੇ ਨਹੀਂ ਹੈਗੇ, ਹੁਣ ਤਾਂ ਬਹੁਤ ਖਰਾਬ ਹੋ ਗਿਆ, ਸਾਰੀ ਫੈਮਿਲੀ ਸਾਡੇ ਖਿਲਾਫ ਖੜੀ ਆ, ਹੁਣ ਪਤਾ ਨਹੀਂ ਲੱਗਣਾ ਕੀ ਹੋ ਗਿਆ, ਮੁਸੀਬਤ ਸਾਡੇ ਤੇ ਬਹੁਤ ਵੱਡੀ ਹੋਈ ਆ, ਕਿਸੇ ਪਾਸਿਓਂ ਰਾਹ ਹੈ ਨਹੀਂ ਹੁਣ। ਓਕੇ, ਪਰ ਇੱਥੇ ਇਦਾਂ ਹੀ ਏਬਰਾਹਮ ਵਾਸਤੇ ਸੀਗਾ। ਪਰ ਏਬਰਾਹਮ ਪਰਮੇਸ਼ਰ ਦੇ ਵਾਅਦੇ ਨੂੰ ਕਹਿੰਦਾ ਇਹ ਹੋ ਜਾਣਾ ਹੈ। ਉਹ ਕੰਸੀਡਰ ਨਹੀਂ ਕਰਦਾ, ਉਹਨਾਂ ਚੀਜ਼ਾਂ ਦੇ ਬਾਰੇ ਸੋਚਦਾ ਨਹੀਂ ਸੀ। ਉਹ ਆਪਣੇ ਵਰਗਾ ਸੀ ਜਿਹਦਾ ਆਪਣੇ ਤੇ ਸੋਚਾਂ ਆਉਂਦੀਆਂ ਉੱਤੇ ਵੀ ਆਉਂਦੀਆਂ ਸੀ, ਪਰ ਉਹ ਆਪਣੇ ਦਿਮਾਗ ਵਿੱਚੋਂ ਬਾਹਰ ਕੱਢ ਦਿੰਦਾ ਸੀ, ਪਰਮੇਸ਼ਰ ਦੇ ਬਚਨ ਦੇ ਉੱਤੇ ਧਿਆਨ ਦੇਣ ਲੱਗ ਪੈਂਦਾ ਸੀ। ਸਾਨੂੰ ਵੀ ਇਦਾਂ ਹੀ ਕਰਨੀ ਪੈਣੀ ਹੈ। when he was about 100 years old, ਕਰਕੇ ਉਹ 100 ਸਾਲ ਦੀ ਹੁਣ ਉਹਦੀ ਉਮਰ ਹੋ ਸੀ, neither yet the deadness of Sarah's womb, ਨਾ ਆਪਣੀ ਵਾਈਫ ਸੈਰਾ ਦੀ ਕੁੱਖ ਨੂੰ ਦੇਖਦਾ ਸੀ ਜਿਹੜੀ ਹੁਣ ਮਰ ਚੁੱਕੀ ਸੀ, ਕਰਕੇ ਹੁਣ 90 ਸਾਲ ਦੀ ਹੋ ਗਈ ਆ। ਉਹ ਸੋਚਦਾ ਨਹੀਂ ਸੀ ਨਾ ਚੀਜ਼ਾਂ ਦੇ ਬਾਰੇ, ਉਹ ਕਹਿੰਦਾ ਸੀ ਮੈਨੂੰ ਨਹੀਂ ਪਤਾ ਕਿੱਦਾਂ ਹੋਣਾ ਹੈ, ਪਰ ਪਰਮੇਸ਼ਰ ਕਹਿੰਦਾ ਹੋਣਾ ਹੈ। ਸੋ ਉਹ ਕੀ ਕਰਦਾ ਸੀ ਜਦੋਂ ਜਦੋਂ ਇਹ ਚੀਜ਼ਾਂ ਦੇ ਬਾਰੇ ਸੋਚਦਾ ਸੀ? staggered not against the promise of God, ਪਰਮੇਸ਼ਰ ਦੇ ਵਾਅਦੇ ਨਾਲ ਉਹ ਝਗੜਦਾ ਨਹੀਂ ਸੀਗਾ, but through unbelief, ਜਿੱਥੇ ਉਹਦੇ ਕੋਲ ਨੇਚਰ ਨਹੀਂ ਸੀਗੀ, but he was strong in faith, giving glory to God. ਉਹ ਆਪਣੀ ਨੇਚਰ ਨੂੰ ਸਟਰੋਂਗ ਰੱਖਦਾ ਸੀ, ਪਾਵਰਫੁਲ ਰੱਖਦਾ ਸੀਗਾ, ਤਾਕਤ ਵਾਲੀ ਰੱਖਦਾ ਸੀ। ਕਿੱਦਾਂ? ਪਰਮੇਸ਼ਰ ਦੀ ਬੜਾਈ ਕਰਦਾ ਸੀ। ਕੀ ਕਰਦਾ ਸੀ? ਦਿਨ ਰਾਤ ਨੂੰ ਤੁਰਿਆ ਫਿਰਦਾ ਹੋਏ ਇਹੀ ਕਹੀ ਜਾਂਦਾ ਸੀ, ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ, ਤੈਂ ਕਿਹਾ ਆ ਸਾਡੇ ਬੱਚਾ ਹੋਣਾ, ਤੈਂ ਕਿਹਾ ਆ ਬਈ ਸਹਿਰਾ ਦੇ ਬੱਚਾ ਹੋਣਾ, ਸਾਨੂੰ ਪਤਾ ਨਹੀਂ ਕਿੱਦਾਂ, ਪਰ ਹੋਣਾ ਜ਼ਰੂਰ ਹੈ, ਜਿੱਦਾਂ ਤੁਸੀਂ ਕਿਹਾ ਉਦਾਂ ਹੀ ਹੋਣੀ ਹੈ। ਮੈਂ ਤੇਰਾ ਧੰਨਵਾਦ, ਤੇਰੀ ਬੜਾਈ ਕਰਦਾ, ਮੇਰੀ ਬਹੁਤ ਔਲਾਦ ਹੋਣੀ ਆ। ਜੇ ਮੈਂ ਕਿਤੇ ਸਿਤਾਰੇ ਗਿਣ ਸਕਾਂ ਤੇ ਮੈਂ ਆਪਣੀ ਔਲਾਦ ਗਿਣ ਸਕਣਾ, ਜੇ ਕਿਤੇ ਮੈਂ ਰੇਤਾ ਦੇ ਗਿਣ ਸਕਾਂ ਮੈਂ ਆਪਣੀ ਔਲਾਦ ਨੂੰ ਗਿਣ ਸਕਣਾ। ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ, ਮੈਂ ਤੇਰੀ ਵਡਿਆਈ ਕਰਦਾ, ਜਿੱਦਾਂ ਤੂੰ ਬੋਲਿਆ ਸੀ ਉਦਾਂ ਹੀ ਹੋਣਾ। ਦਿਨ ਰਾਤ ਉਹ ਇਦਾਂ ਹੀ ਕਰਦਾ ਫਿਰਦਾ ਹੈ। ਫਿਰ ਕੀ ਹੁੰਦਾ? ਉਹਦੇ ਨਾਲ ਉਹ ਆਪਣੀ ਫੇਥ ਸਟਰੋਂਗ ਰੱਖਦਾ ਹੈ। ਅਸੀਂ ਕੀ ਕਰਦੇ ਹਾਂ? ਅਸੀਂ ਦਿਨ ਰਾਤ ਉਹੋ ਹੀ ਚੀਜ਼ਾਂ ਬੋਲੀ ਜਾਂਦੇ ਹਾਂ ਜਿਹਦੇ ਨਾਲ ਸਾਡੀ ਫੇਥ ਕਮਜ਼ੋਰ ਹੁੰਦੀ ਆ। ਅਸੀਂ ਕਹਿੰਦੇ ਹਾਂ ਹੁਣ ਤਾਂ ਹੋ ਨਹੀਂ ਸਕਦਾ ਹੈਗਾ, ਹੁਣ ਤਾਂ ਜਿਹੜਾ ਸਿਚੁਏਸ਼ਨ ਸੀਗਾ ਬਹੁਤ ਖਰਾਬ ਹੋ ਗਿਆ, ਹੁਣ ਤਾਂ ਮੇਰੀ ਜੌਬ ਵੀ ਚੱਲ ਗਈ ਆ, ਹੁਣ ਤਾਂ ਮੇਰੇ ਕੋਲ ਨੌਕਰੀ ਵੀ ਹੈ ਨਹੀਂ ਗੀ, ਹੁਣ ਤਾਂ ਸਾਡੇ ਘਰ ਖਾਣਾ ਵੀ ਹੈ ਨਹੀਂ ਗਾ, ਹੁਣ ਤਾਂ ਪਤਾ ਨਹੀਂ ਸਾਡੇ ਬਿੱਲ ਕਿੱਥੋਂ ਪਏ ਹੋਣੇ ਆ। ਕੀ ਹੋਇਆ? ਉਹਦੇ ਨਾਲ ਸਾਡੀ ਨੇਚਰ ਕਮਜ਼ੋਰ ਹੋਈ ਜਾਂਦੀ ਆ। ਪਰ ਜੇ ਅਸੀਂ ਨੇਚਰ ਨੂੰ ਸਟਰੋਂਗ ਕਰਨਾ ਚਾਹੁੰਦੇ ਹਾਂ, ਫਿਰ ਸਾਨੂੰ ਕੁਛ ਕਰਨ ਦੀ ਜ਼ਰੂਰਤ ਹੈ, ਫਿਰ ਸਾਨੂੰ ਧੰਨਵਾਦ ਕਰਨ ਦੀ ਜ਼ਰੂਰਤ ਹੈ, ਪ੍ਰਭੂ ਦੀ ਵਡਿਆਈ ਕਰਨ ਦੀ ਜ਼ਰੂਰਤ ਹੈ। ਇਹ ਸਾਨੂੰ ਇੱਥੇ ਸਿਖਾ ਰਿਹਾ ਹੈ। ਜੇ ਅਸੀਂ ਕਰਨਾ ਹੈ, ਸਾਨੂੰ ਏਬਰਾਹਮ ਕਰਨਾ ਪੈਣਾ ਹੈ। ਐਂਡ ਬੀਇੰਗ ਫੁਲੀ ਪਰਸੁਏਡਡ, ਮੈਂ ਹੁਣ 1ਵੀਂ ਆਇਤ ਪੜ੍ਹਦਾ 4ਥੇ ਚੈਪਟਰ ਦੇ ਵਿੱਚੋਂ। ਬੀਇੰਗ ਫੁਲੀ ਪਰਸੁਏਡਡ what he had promised he is able to perform. ਉਹਨੂੰ ਪੱਕਾ ਭਰੋਸਾ ਸੀਗਾ, ਆਪਣੇ ਆਪ ਨੂੰ ਪਰਸੁਏਡ ਕੀਤਾ ਸੀ, ਜੋ ਪਰਮੇਸ਼ਰ ਨੇ ਵਾਅਦਾ ਕਰ ਲਿਆ ਆ ਉਹਨੇ ਪੂਰਾ ਕਰ ਦੇਣਾ ਹੈ। ਅਸੀਂ ਗੱਭੇ ਸ਼ੱਕ ਕਰਨ ਲੱਗ ਪੈਂਦੇ, ਗੱਭੇ ਸ਼ੱਕ ਨਹੀਂ ਕਰਨੀ ਹੈਗੀ। ਫਿਰ ਉਹੋ ਹੀ ਕਹੀ ਜਾਣਾ ਪਰਮੇਸ਼ਰ ਨੇ ਵਾਅਦਾ ਕੀਤਾ ਉਹਨੇ ਪੂਰਾ ਕਰ ਦੇਣਾ। ਕਿੱਦਾਂ ਕਰਨਾ ਮੈਨੂੰ ਨਹੀਂ ਪਤਾ ਹੈਗਾ, ਪਰ ਉਦਾਂ ਹੀ ਹੋ ਜਾਣਾ ਜਿੱਦਾਂ ਉਹਨੇ ਕਿਹਾ ਆ। ਇਹ ਸਾਡੀ ਫਿਰ ਨੇਚਰ ਬੋਲਦੀ ਆ, ਅਸੀਂ ਨੈਗੇਟਿਵ ਨਹੀਂ ਬੋਲਦੇ ਹੈਗੇ। ਤੇ ਇਹਦੀ ਅੱਜ ਕਹਿੰਦਾ and therefore it was imputed to him for righteousness। 22 ਅੱਜ ਦੇ ਵਿੱਚ ਲਿਖਿਆ ਆ, ਇਹਦੇ ਕਾਰਨ ਕਰਕੇ ਇਦਾਂ ਦੀ ਉਹ ਨੇਚਰ ਰੱਖਦਾ ਸੀ, ਪਰਮੇਸ਼ਰ ਨੇ ਉਹਨੂੰ ਧਰਮਬਾਜ਼ ਬਣਾਤਾ। ਬੱਚਾ ਤਾਂ ਇੱਕ ਪਾਸੇ ਰਹਿ ਗਿਆ ਵੀ ਉਹਦੇ ਲੜਕਾ ਹੋਣਾ, ਹੁਣ ਪਰਮੇਸ਼ਰ ਨੇ ਉਹਨੂੰ ਧਰਮਬਾਜ਼ ਬਣਾਤਾ। ਜਦੋਂ ਉਹ ਮਰ ਗਿਆ ਉਹਨੇ ਸਵਰਗਾਂ ਨੂੰ ਜਾਣਾ, ਕਾਹਦੇ ਕਰਕੇ? ਉਹਦੇ ਕੋਈ ਪਾਪ ਵੀ ਉਹਦੇ ਖਿਲਾਫ ਕਿਹੜੇ ਜਾਂਦਾ ਹੈਗਾ। ਹੁਣ ਉਹ ਧਰਮਬਾਜ਼ੀ ਆ। ਓਕੇ, ਹੁਣ ਏਦਾਂ ਆ ਜਿੱਦਾਂ ਉਹਨੇ ਕੋਈ ਪਾਪ ਕੀਤਾ ਹੀ ਨਹੀਂ ਹੁੰਦਾ ਹੈਗਾ। ਕਾਹਤੇ ਕਰਕੇ? ਉਹਨੇ ਇੱਦਾਂ ਦੀ ਨੇਚਰ ਰੱਖੀ ਆ। ਭੈਣ ਭਰਾਵੋ, ਜੇ ਤੁਸੀਂ ਵੀ ਇੱਦਾਂ ਦੀ ਨੇਚਰ ਪਰਮੇਸ਼ਰ ਵਿੱਚ ਰੱਖੋਗੇ, ਤੁਹਾਨੂੰ ਵੀ ਉਹਨੇ ਧਰਮਬਾਜ਼ੀ ਬਣਾ ਦੇਣਾ।
ਕਈ ਆਉਂਦੇ ਆ ਉਹ ਸਾਨੂੰ ਸਿਖਾਲਦੇ ਇੱਦਾਂ ਆ, ਕਿਸੇ ਨੂੰ ਕੀ ਪਤਾ, ਤੁਸੀਂ ਆਈ ਚੱਲੋ, ਦੇਖਾਂਗੇ, ਜਦੋਂ ਮਰੂ ਉਦੋਂ ਪਤਾ ਲੱਗੂਗਾ। ਨੋ, ਇੱਥੇ ਹੀ ਪਤਾ ਲੱਗ ਜਾਣਾ। ਜੇ ਅਸੀਂ ਇੱਦਾਂ ਦੀ ਨੇਚਰ ਰੱਖੀ, ਅਸੀਂ ਸਵਰਗਾਂ ਨੂੰ ਜਾਣ ਵਾਲੇ ਹਾਂ। ਕਾਹਤੇ ਕਰਕੇ ਅਸੀਂ ਪਰਮੇਸ਼ਰ ਸਾਡੀ ਨੇਚਰ ਦੇ ਨਾਲ ਬਹੁਤ ਖੁਸ਼ ਆ। ਬਾਈਬਲ ਕੀ ਕਹਿੰਦੀ ਹੈ? ਵਿਦਆਊਟ ਫੇਥ ਇਟ ਇਜ਼ ਇੰਪੋਸੀਬਲ ਟੂ ਪਲੀਜ਼ ਹਿਮ। ਨੇਚਰ ਤੋਂ ਬਗੈਰ ਅਨ ਹੋਣਾ ਆ ਉਹਨੂੰ ਖੁਸ਼ ਕਰ ਦਈਏ। ਓਕੇ, ਸੋ ਇੱਦਾਂ ਦੀ ਨੇਚਰ ਰੱਖਣ ਦੇ ਨਾਲ ਪਰਮੇਸ਼ਰ ਬਹੁਤ ਖੁਸ਼ ਹੁੰਦਾ ਹੈ। ਤੇ ਇਹ ਮੈਂ ਪੜ੍ਹਨ ਲੱਗਾ, ਨਾਓ ਇਟ ਇਜ਼ ਨਾਟ ਰਿਟਨ ਫॉर द sake of him alone, but it is important to him। ਕਹਿੰਦਾ ਜੋ ਲਿਖਿਆ ਗਿਆ ਕੱਲਾ ਏਬਰਾਹਮ ਵਾਸਤੇ ਨਹੀਂ ਲਿਖਿਆ ਗਿਆ, ਇਹ ਸਾਡੇ ਵਾਸਤੇ ਲਿਖਿਆ ਗਿਆ। ਅਸੀਂ ਆ ਪੜ੍ਹ ਕੇ ਅਸੀਂ ਵੀ ਇਦਾਂ ਦੀ ਨੇਚਰ ਪਾ ਸਕੀਏ, ਅਸੀਂ ਵੀ ਇਦਾਂ ਦੀ ਨੇਚਰ ਚੱਲ ਸਕੀਏ। ਜੇ ਏਬਰਾਹਮ ਵਾਸਤੇ ਹੋ ਗਿਆ, ਏਬਰਾਹਮ ਤਾਂ ਹੁਣ ਉਦੋਂ ਜਦੋਂ ਲਿਖਿਆ ਸੀ ਉਦੋਂ 2000 ਸਾਲ ਹੋ ਗਿਆ ਸੀ, ਉਹਦੇ ਲਿਖਣ ਦਾ ਕੋਈ ਫਾਇਦਾ ਨਹੀਂ ਸੀਗਾ। ਪਰ ਇਹ ਸਾਡੇ ਵਾਸਤੇ ਲਿਖਿਆ ਗਿਆ, ਅਸੀਂ ਵੀ ਉਦਾਂ ਦੀ ਨੇਚਰ ਰੱਖ ਕੇ ਅਸੀਂ ਵੀ ਲੜਾਈਆਂ ਜਿੱਤ ਸਕੀਏ, ਅਸੀਂ ਵੀ ਪਰਮੇਸ਼ਰ ਦੇ ਕੋਲੋਂ ਚੀਜ਼ਾਂ ਪਾ ਸਕੀਏ। ਫਿਰ 24ਵੀਂ ਆਇਤ ਦੇ ਵਿੱਚ ਕਹਿੰਦਾ, ਬਟ ਫॉर ਅਸ ਆਲਸੋ, ਸਾਡੇ ਵਾਸਤੇ ਵੀ, ਟੂ whom it will be put it, ਸਾਨੂੰ ਵੀ ਇਦਾਂ ਹੀ ਗਿਣਿਆ ਜਾਊਗਾ, if we believe on him that raised Jesus from the dead। ਜੇ ਅਸੀਂ ਉਹਦੇ ਵਿੱਚ ਨੇਚਰ ਰੱਖੀ ਜਿਹਨੇ ਯਿਸੂ ਮਸੀਹ ਨੂੰ ਮੁਰਦਿਆਂ ਵਿੱਚੋਂ ਜਿਗਾ ਲਿਆ ਆ। ਸਾਨੂੰ ਕੀ ਨੇਚਰ ਰੱਖਣੀ ਪੈਣੀ ਆ? ਉਹਨੇ ਯਿਸੂ ਮਸੀਹ ਨੂੰ ਮੁਰਦਿਆਂ ਵਿੱਚੋਂ ਜਿਗਾ ਲਿਆ ਆ। ਇਬਰਾਹਿਮ ਬਲੀਵ ਕਰਦਾ ਸੀ ਕਿਸੇ ਨੇ ਆਉਣਾ ਆ, ਉਹਦੇ ਪਾਪਾਂ ਵਾਸਤੇ ਮਰ ਜਾਣਾ ਆ। ਸਾਨੂੰ ਪਤਾ ਉਹ ਆ ਚੁੱਕਾ ਆ, ਉਹ ਜੀਸਸ ਸੀਗਾ। ਜੇ ਅਸੀਂ ਨੇਚਰ ਰੱਖਾਂਗੇ ਉਹ ਸਾਡੇ ਵਾਸਤੇ ਮਰ ਗਿਆ ਆ, ਫਿਰ ਅਸੀਂ ਸਟਰੋਂਗ ਹੋਣ ਲੱਪਣਾ, ਅਸੀਂ ਫਿਰ ਨੇਚਰ ਦੇ ਵਿੱਚੋਂ ਪਾ ਸਕਦੇ ਹਾਂ। 25ਵੀਂ ਆਇਤ ਵਿੱਚ ਲਿਖਿਆ, who was delivered for our offense, ਜਿਹੜਾ ਸਾਡੀ ਗਲਤੀ ਵਾਸਤੇ, ਸਾਡੇ ਪਾਪਾਂ ਦੇ ਕਾਰਨ ਕ੍ਰੋਸ ਉੱਤੇ ਚੜਾਇਆ ਗਿਆ ਸੀ। and was raised from the dead for our justification, ਮੁਰਦਿਆਂ ਵਿੱਚੋਂ ਜਗਾਇਆ ਗਿਆ ਸਾਨੂੰ ਧਰਮਬਾਜ਼ ਬਣਾਉਣ ਨੂੰ, ਸਾਨੂੰ ਪਰਮੇਸ਼ਰ ਦੇ ਨਾਲ ਸਹੀ ਕਰਨ ਵਾਸਤੇ, ਸਾਨੂੰ ਇੱਦਾਂ ਬਣਾਉਣ ਨੂੰ। ਅੰਗਰੇਜ਼ੀ ਦੀ ਬਾਈਬਲ ਲਿਖਿਆ ਜਸਟੀਫਿਕੇਸ਼ਨ, ਜਸਟ ਅਸ ਵੀ ਨੈਵਰ ਸਿਨਡ, ਜਿੱਦਾਂ ਅਸੀਂ ਕੋਈ ਪਾਪ ਨਹੀਂ ਕੀਤਾ ਹੁੰਦਾ। ਜਦੋਂ ਅਸੀਂ ਜੀਸਸ ਵਿੱਚ ਇੱਦਾਂ ਨੇਚਰ ਰੱਖਣ ਲੱਗ ਪੈਂਦੇ ਹਾਂ, ਫਿਰ ਪਰਮੇਸ਼ਰ ਸਾਨੂੰ ਇੱਦਾਂ ਗਿਣਦਾ ਆ ਜਿੱਦਾਂ ਅਸੀਂ ਕੋਈ ਪਾਪ ਹੀ ਨਹੀਂ ਕੀਤਾ ਹੁੰਦਾ। ਸਾਰੇ ਪਾਪ ਯਿਸੂ ਮਸੀਹ ਦੇ ਖੂਨ ਦੇ ਨਾਲ ਸਾਫ਼ ਹੋ ਜਾਂਦੇ ਆ ਤੇ ਅਸੀਂ ਇੱਦਾਂ ਬਣ ਜਾਂਦੇ ਆ ਜਿੱਦਾਂ ਅਸੀਂ ਕੋਈ ਪਾਪ ਨਹੀਂ ਕੀਤਾ ਹੁੰਦਾ। ਇੱਥੇ ਸਾਨੂੰ ਪਰਮੇਸ਼ਰ ਸਿਖਾ ਰਿਹਾ ਆ, ਸਾਨੂੰ ਇਹ ਸਿੱਖਣ ਦੀ ਜ਼ਰੂਰਤ ਹੈ। ਦੋ ਚੀਜ਼ਾਂ, ਦੋ ਡਿਫਰੈਂਟ ਸੈਕਸ਼ਨਸ ਦੇ ਬਾਈਬਲ ਤੋਂ ਅਸੀਂ ਫੇਥ ਸਿੱਖ ਸਕਦੇ ਹਾਂ। ਓਕੇ, ਜਿਹੜੀ ਨੇਚਰ ਆ ਉਹਦੇ ਖਿਲਾਫ ਉਹਦੀ ਹਿੰਡਰੈਂਸ ਵੀ ਖੜੀਆਂ ਹੁੰਦੀਆਂ ਆ। ਜਦੋਂ ਅਸੀਂ ਨੇਚਰ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਕੋਈ ਨੇਚਰ ਦੇ ਨਾਲ ਲੜਨ ਆਉਂਦਾ ਹੈ, ਲੜਾਈ ਕਰਦਾ ਹੈ। ਓਕੇ, ਜੇ ਕੋਈ ਲੜਾਈ ਨਾ ਕਰਦਾ ਹੋਵੇ, ਆਪਣੇ ਵਾਸਤੇ ਬਹੁਤ ਸਕਾਲਾ ਹੋਣਾ, ਪਰ ਲੜਾਈ ਹੁੰਦੀ ਆ। ਉਹ ਜਿਹੜੀ ਲੜਾਈ ਆ ਉਹ ਆਪਣੇ ਦਿਮਾਗ ਦੇ ਵਿੱਚ ਸ਼ੁਰੂ ਹੁੰਦੀ ਆ। ਬਾਹਰੋਂ ਕੋਈ ਆਪਣੇ ਆ ਕੇ ਨਹੀਂ ਦੀਦਾ ਲੜਦਾ, ਪਰ ਉਹ ਥੋਟਸ ਦੇ ਵਿੱਚ, ਨੇਚਰ ਜਿਹੜੀ ਥੋਟ ਦੇ ਵਿੱਚ ਲੜਾਈ ਹੁੰਦੀ ਆ। ਤੇ ਉਹ ਉੱਥੇ ਦੇਖਣਾ ਵੀ ਅਸੀਂ ਕਿੱਦਾਂ ਜਿੱਤਣਾ ਆ। ਉਹ ਮੈਂ ਦੱਸਣ ਲੱਗਾ ਆ। 3 ਚੀਜ਼ਾਂ ਜੇ ਅਸੀਂ ਕਰੀਏ ਤੇ ਅਸੀਂ ਉਹ ਜਿੱਤ ਸਕਦੇ ਹਾਂ, ਹਰੇਕ ਵਾਰੀ ਜਿੱਤ ਸਕਦੇ ਹਾਂ। ਪਰ ਇਹ 3 ਚੀਜ਼ਾਂ ਕਰਨ ਦੀ ਜ਼ਰੂਰਤ ਹੈ, ਜਿਹੜੀ ਮੈਂ 3 ਚੀਜ਼ਾਂ ਲਿਖੀਆਂ। ਹੋ ਸਕਦਾ ਜ਼ਿਆਦਾ ਵੀ ਹੋਣ, ਮੈਂ 3 ਲਿਖੀਆਂ। ਓਕੇ, ਪਹਿਲੀ ਚੀਜ਼ ਇਹ ਹੈ, we do not know what belongs to us। ਅਸੀਂ ਇਦਾਂ ਦੀ ਨੇਚਰ ਰੱਖ ਨਹੀਂ ਸਕਦੇ ਹੈਗੇ ਕਰਕੇ ਜਿੰਨਾ ਚਿਰ ਸਾਨੂੰ ਪਤਾ ਨਹੀਂ ਹੈਗਾ ਸਾਡੀ ਕਿਹੜੀ ਚੀਜ਼ ਆ। ਜੇ ਏਬਰਾਹਮ ਨੂੰ ਪਤਾ ਨਾ ਹੁੰਦਾ ਬਈ ਪਰਮੇਸ਼ਰ ਨੇ ਮੈਨੂੰ ਲੜਕਾ ਦੇਣਾ ਆ, ਤੇ ਉਹ ਨੇਚਰ ਨਹੀਂ ਰੱਖ ਸਕਦਾ ਸੀ। ਉਹਨੇ ਕੀ ਕਹਿਣਾ ਸੀ? ਉਹਨੇ ਕਹਿਣਾ ਸੀ ਮੇਰੀ ਵਾਈਫ ਸਹਿਰਾ ਤਾਂ ਬੈਰਨ ਆ, ਉਹਦੇ ਬੱਚਾ ਨਹੀਂ ਹੋ ਸਕਦਾ ਹੈਗਾ। ਓਕੇ, ਅਨਹੋਣੀ ਚੀਜ਼ ਆ, ਕਦੇ ਸੁਣਿਆ ਏਦਾਂ ਹੋਇਆ? ਹੋ ਨਹੀਂ ਸਕਦਾ ਹੈਗਾ। ਓਕੇ, ਪਰ ਸੋ ਉਹਨੂੰ ਕੀ ਚਾਹੀਦਾ ਸੀ? ਪਰਮੇਸ਼ਰ ਦਾ ਬਚਨ ਚਾਹੀਦਾ ਸੀ। ਸੋ ਪਹਿਲੀ ਚੀਜ਼ ਸਾਨੂੰ ਪਤਾ ਚਾਹੀਦਾ ਪਰਮੇਸ਼ਰ ਦਾ ਬਚਨ ਉਸ ਚੀਜ਼ ਦੇ ਬਾਰੇ ਕੀ ਕਹਿ ਰਿਹਾ ਆ ਜਿਹੜੀ ਲੜਾਈ ਦੇ ਵਿੱਚ ਅਸੀਂ ਪਏ ਹੋਏ ਹਾਂ। ਫਰਜ਼ ਰੱਖ ਲਓ ਤੁਸੀਂ
ਕਿਤੇ ਕਿਸੇ ਦੇ ਵਿੱਚ ਭੂਤ ਆ ਜਾਂ ਈਵਲ ਸਪਿਰਿਟ ਦੁਸ਼ਟ ਆਤਮਾ ਆ, ਤੁਸੀਂ ਉਹਨੂੰ ਹੁਕਮ ਦਿੰਦੇ ਆ ਪਰ ਉਹ ਜਾਂਦਾ ਨਹੀਂ ਹੈਗਾ। ਉੱਥੇ ਸਾਨੂੰ ਜਾਣਨਾ ਚਾਹੀਦਾ ਪਰਮੇਸ਼ਰ ਦੀ ਕੀ ਮਰਜ਼ੀ ਆ। ਪਹਿਲੀ ਚੀਜ਼ ਹੈ, ਪਰਮੇਸ਼ਰ ਨਹੀਂ ਚਾਹੁੰਦਾ ਹੈਗਾ ਕੋਈ ਵੀ ਕਿਸੇ ਦੇ ਵਿੱਚ ਵੀ ਭੂਤ ਰਵੇ। ਉਹ ਕਹਿੰਦਾ ਸਾਰੇ ਫ੍ਰੀ ਹੋ ਜਾਣ। ਪਰ ਪ੍ਰੋਬਲਮ ਆਪਣੇ ਕੋਲ ਇਹ ਆ, ਕਈਆਂ ਨੂੰ ਨਹੀਂ, ਸਾਰਿਆਂ ਨੂੰ ਪਰਮੇਸ਼ਰ ਨੇ ਆਪਾਂ ਨੂੰ ਖੁੱਲੀ ਮਰਜ਼ੀ ਦਿੱਤੀ ਹੋਈ ਆ। ਜੇ ਮੈਂ ਚਾਹਾਂ ਮੈਂ ਸ਼ੈਤਾਨ ਦੀ ਪੂਜਾ ਕਰ ਸਕਦਾ ਹਾਂ। ਜੇ ਮੈਂ ਚਾਹਾਂ ਤੇ ਮੈਂ ਸ਼ੈਤਾਨ ਦੇ ਮਗਰ ਚੱਲ ਸਕਦਾ ਹਾਂ। ਤੁਸੀਂ ਕਹਿੰਦੇ ਜਗਦੀਸ਼ ਤੇਰਾ ਦਿਮਾਗ ਖਰਾਬ ਹੈ, ਮੇਰਾ ਦਿਮਾਗ ਖਰਾਬ ਹੈ। ਕੋਈ ਜਾਣ ਬੁੱਝ ਕੇ ਨਹੀਂ ਕਰਦਾ ਹੈਗਾ, ਪਰ ਉਹ ਇਦਾਂ ਦੇ ਭੇਤ ਵਿੱਚ ਆਉਂਦਾ ਆ, ਇਦਾਂ ਦੇ ਭੇਸ ਬਦਲ ਕੇ ਆਉਂਦਾ ਉਹ, ਤੇ ਸਾਨੂੰ ਉਹ ਇਦਾਂ ਦੱਸਦਾ ਬਈ ਮੈਂ ਰੱਬ ਆ, ਮੈਂ ਦੇਵਤਾ ਆ, ਮੈਂ ਦੇਵਤੀ ਆ, ਮੈਂ ਮੈਂ ਬਾਬਾ ਆ, ਤੇ ਸਾਨੂੰ ਮਗਰ ਲਾ ਲੈਂਦਾ ਹੈ। ਅਸੀਂ ਫਿਰ ਉਹਨੂੰ ਪਰਮੇਸ਼ਰ ਵਾਂਗ ਮੰਨਣ ਲੱਗ ਪੈਂਦੇ ਹਾਂ। ਸਾਡੀ ਜਿਹੜੀ ਸੋਚ ਹੁੰਦੀ ਆ ਉਹ ਫਿਰ ਉਹਨੂੰ ਉੱਚਾ ਸਮਝਣ ਲੱਗ ਪੈਂਦੀ ਆ। ਹੁਣ ਤੁਸੀਂ ਮੈਨੂੰ ਸੱਦਿਆ ਬਈ ਉਹਨੂੰ ਕੱਢ, ਪਰ ਪਰਮੇਸ਼ਰ ਕੀ ਕਹਿੰਦਾ ਆ? ਉਹ ਕਹਿੰਦਾ ਮੈਂ ਤੁਹਾਨੂੰ ਖੁੱਲੀ ਮਰਜ਼ੀ ਦਿੱਤੀ ਹੋਈ ਆ। ਜੇ ਤੁਸੀਂ ਉਹਨੂੰ ਰੱਖਣਾ ਚਾਹੋਗੇ, ਜਗਦੀਸ਼ ਕੱਢ ਨਹੀਂ ਸਕਦਾ ਹੈਗਾ, ਨਾ ਹੋਰ ਕੋਈ ਕੱਢ ਸਕਦਾ ਆ। ਕਾਹਤੇ ਕਰਕੇ ਤੁਸੀਂ ਉਹਨਾਂ ਨੂੰ ਰੱਖਣਾ ਚਾਹੁੰਦੇ ਆ। ਇਹ ਸਾਨੂੰ ਫ੍ਰੀ ਵਿਲ ਦਿੱਤੀ ਹੋਈ ਆ। ਤਾਂ ਹੀ ਸਾਨੂੰ ਬਹੁਤ ਵਾਰੀ ਪੁੱਛਣਾ ਪੈਂਦਾ ਆ, ਭੈਣ ਭਾ ਤੁਸੀਂ ਕੀ ਚਾਹੁੰਦੇ ਆ? ਅਸੀਂ ਕਿਸੇ ਦੀ ਮਰਜ਼ੀ ਦੇ ਖਿਲਾਫ ਕੰਮ ਨਹੀਂ ਕਰ ਸਕਦੇ ਹੈਗੇ। ਦੁਸ਼ਟ ਆਤਮਾ ਕਰਦੇ ਆ, ਉਹ ਸਾਡੇ ਜੋਰਾ ਜਰਬੀ ਕਰਨੀ ਚਾਹੁੰਦੇ ਆ, ਪਰ ਪਰਮੇਸ਼ਰ ਜੋਰਾ ਜਰਬੀ ਨਹੀਂ ਕਰਦਾ ਹੈਗਾ। ਹਰ ਵੇਲੇ ਸਾਨੂੰ ਪਹਿਲੀ ਚੀਜ਼ ਇਹੀ ਪੁੱਛਣੀ ਪੈਂਦੀ ਹੈ ਬਈ ਪਰਮੇਸ਼ਰ ਉਹ ਤੁਹਾਡੀ ਕੀ ਮਰਜ਼ੀ, ਤੁਸੀਂ ਕੀ ਚਾਹੁੰਦੇ ਆ? ਮੈਂ ਕਈ ਵਾਰੀ ਇੱਦਾਂ ਸੁਣਿਆ ਆ, ਬਹੁਤ ਵਾਰੀ ਕਈ ਵਾਰੀ ਮੈਨੂੰ ਕਈਆਂ ਟੈਲੀਫੋਨ ਕਰਨਾ, ਪਾਸਟਰ ਜੀ ਮੇਰੇ ਕੋਲ ਆਹ ਪ੍ਰੋਬਲਮ ਹੈ, ਮੈਨੂੰ ਇੱਦਾਂ ਫੀਲਿੰਗ ਆਉਂਦੀ ਕੋਈ ਆਤਮਾ ਮੇਰੇ ਮਗਰ ਮੈਂ ਤੁਰੀ ਫਿਰਦੀ, ਮੈਨੂੰ ਬਹੁਤ ਡਰ ਲੱਗਦਾ ਫਲਾਂ ਜੀ ਤੱਕ ਜੀ। ਤਾਂ ਫਿਰ ਜਦੋਂ ਉਹ ਨਹੀਂ ਦੱਸਣਾ ਤੇ ਮੈਂ ਕਹਿਣਾ ਬਈ ਮੈਂ ਜੀਸਸ ਦੇ, ਜੇ ਤੁਸੀਂ ਕਹੋ ਮੈਂ ਹੁਕਮ ਦੇਣਾ ਜੀਸਸ ਦੇ ਨਾਂ ਦੇ ਵਿੱਚ ਛੱਡ ਕੇ ਚੱਲ ਜਾਣਗੇ। ਤੇ ਉਹਨੇ ਕਹਿਣਾ ਪਰ ਅਸੀਂ ਜੀਸਸ ਨੂੰ ਨਹੀਂ ਮੰਨਣਾ ਹੈਗਾ, ਅਸੀਂ ਜਿਨ੍ਹਾਂ ਨੂੰ ਮੰਨਦੇ ਉਹਨਾਂ ਨੂੰ ਮੰਨਦੇ ਰਹਿਣਾ। ਫਿਰ ਮੈਂ ਕਹਿਣਾ ਬਈ ਫਿਰ ਮੈਂ ਕਰ ਨਹੀਂ ਸਕਦਾ ਹੈਗਾ। ਫਿਰ ਇੱਕ ਭੈਣ ਨੇ ਏਦਾਂ ਹੋਈ ਵੀ ਸੀ, ਤੇ ਉਹ ਭੈਣ ਕਹਿੰਦੀ ਜੀ ਮੈਂ ਕਿਸੇ ਨੂੰ ਮੰਨਦੀ, ਮੈਂ ਉਹਨੂੰ ਹੀ ਮੰਨਦੀ ਰਹਿਣਾ। ਮੈਂ ਕਿਹਾ ਠੀਕ ਹੈ। ਫਿਰ ਮੈਂ ਕਿਹਾ ਭੈਣ ਤੁਸੀਂ ਇੱਦਾਂ ਕਰੋ, ਤੁਸੀਂ ਉਹਨਾਂ ਨੂੰ ਜਾ ਕੇ ਮਿਲੋ ਬਈ ਮੇਰੇ ਕੋਲ ਆਹ ਮੁਸੀਬਤ ਹੈ, ਮੇਰੀ ਮਦਦ ਕਰੋ। ਤੇ ਉਹ ਕਹਿੰਦੀ ਮੈਂ ਆਲਰੇਡੀ ਉਹਨਾਂ ਨੂੰ ਮਿਲ ਚੁੱਕੀ ਹਾਂ, ਪਰ ਉਹ ਕਹਿੰਦੇ ਇੱਦਾਂ ਦੀ ਕੋਈ ਚੀਜ਼ ਹੁੰਦੀ ਨਹੀਂ ਹੈਗੀ। ਮੈਂ ਕਿਹਾ ਫਿਰ ਠੀਕ, ਜੋ ਕਹਿੰਦੇ ਠੀਕ ਹੋਊਗਾ। ਕਹਿੰਦੀ ਨਹੀਂ, ਮੈਨੂੰ ਪਤਾ ਮੇਰੇ ਮਗਰ ਕੋਈ ਚੀਜ਼ ਫੈਲਦੀ ਹੈ, ਮੈਨੂੰ ਪਤਾ ਉਹ ਕਿੱਦਾਂ ਮੇਰੇ ਕਰਦੀ ਹੈ। ਮੈਂ ਕਿਹਾ ਫਿਰ ਇੱਕੋ ਹੀ ਤਰ੍ਹਾਂ ਹੋ ਸਕਦਾ ਆ, ਜੇ ਤੁਸੀਂ ਸਾਨੂੰ ਅਲਾਓ ਕਰੋ ਤੇ ਤੁਸੀਂ ਜਿੱਥੋਂ ਦੀ ਆਉਂਦੀ ਆ ਉਹ ਬੂਹਾ ਬੰਦ ਨੂੰ ਤਿਆਰ ਕਰੋ, ਬੰਦ ਕਰਨ ਨੂੰ, ਤਾਂ ਅਸੀਂ ਤੁਹਾਡੇ ਵਿੱਚੋਂ ਕੱਢ ਦੇਵਾਂਗੇ। ਪਰ ਉਹ ਤਿਆਰ ਨਹੀਂ ਸੀਗੀ। ਕਹਿੰਦੀ ਸੀ ਮੈਂ ਮੰਨਣਾ ਉਹੀ ਚੀਜ਼ਾਂ ਨੂੰ ਆ, ਪਰ ਫ੍ਰੀ ਹੋਣਾ ਚਾਹੁੰਦੀ ਆ। ਉਹਨੂੰ ਇਹ ਨਹੀਂ ਸਮਝ ਲੱਗਦੀ ਉੱਥੋਂ ਤੇ ਚੀਜ਼ਾਂ ਆਉਂਦੀਆਂ ਆ, ਉਹੀ ਤੇ ਖੁੱਲੀ ਡੋਰ ਆ। ਓਕੇ, ਸੋ ਸਾਨੂੰ ਪਤਾ ਚਾਹੀਦਾ what belongs to us। ਦੂਸਰੀ ਚੀਜ਼ ਜਿਹੜੀ ਸਾਨੂੰ ਪਤਾ ਚਾਹੀਦਾ ਉਹ ਇਹ ਆ how to pray। ਕਿੱਦਾਂ ਸਾਨੂੰ ਪ੍ਰਾਰਥਨਾ ਕਰਨ ਦੀ ਜ਼ਰੂਰਤ ਆ। how to pray। ਬਹੁਤ ਵਾਰੀ ਅਸੀਂ ਪ੍ਰੇ ਕਰਦੇ ਹਾਂ, ਇੱਥੇ ਆਪਾਂ ਲੜਾਈ ਕਰਦੇ ਹਾਂ, ਆਪਾਂ ਲੜਾਈ ਦੀ ਗੱਲ ਕਰ ਰਹੇ ਹਾਂ ਜਿਸ ਦੁਸ਼ਟ ਆਤਮਾ ਦੀ ਲੜਾਈ ਲੱਗੀ ਹੈ, ਤਾਂ ਅਸੀਂ ਪ੍ਰੇ ਕਰਦੇ ਹਾਂ, ਪਰਮੇਸ਼ਰ ਦੇ ਕੋਲ ਪ੍ਰਾਰਥਨਾ ਦੇ ਵਿੱਚ ਲੱਗੇ ਹੋਏ ਹਾਂ। ਪਰਮੇਸ਼ਰ ਜੀ ਮੈਨੂੰ ਆਹ ਦਿਓ ਜੀ, ਮੈਨੂੰ ਆਹ ਦਿਓ ਜੀ, ਮੇਰੇ ਕੋਲ ਆਹ ਜੀ, ਮੈਨੂੰ ਫ੍ਰੀ ਕਰ ਦਿਓ। ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਅਖਤਿਆਰ ਦਿੱਤਾ ਹੈ। resist the devil and he will flee from you। ਸ਼ੈਤਾਨ ਦਾ ਮੁਕਾਬਲਾ ਕਰੋ ਤੇ ਉਹ ਤੁਹਾਡੇ ਤੋਂ ਨੱਠ ਜਾਊਗਾ। ਅਸੀਂ ਕਿਸੇ ਨੂੰ ਟੋਲਦੇ ਫਿਰਦੇ ਆ ਜੇ ਅਸੀਂ ਆਲਰੇਡੀ ਪਾਇਆ ਪਰਮੇਸ਼ਰ ਨੂੰ, ਪਰ ਉਹ ਸਾਨੂੰ ਸਿਖਾਉਂਦਾ ਆ resist the devil and he will flee from you। ਮੈਂ ਇੱਕ ਵਾਰੀ ਇੰਡੀਆ ਦੇ ਵਿੱਚ ਸੀਗਾ, ਚਰਚ ਦੇ ਵਿੱਚ ਪ੍ਰਚਾਰ ਕਰਕੇ ਹਟਿਆ ਸੀ, ਜਾਂ ਹਲੇ ਕਰਦਾ ਸੀ, ਪਹਿਲਾਂ ਹੀ ਮੈਂ ਉੱਥੇ ਬੈਠਾ ਹੁੰਦਾ ਸੀ ਜੇ ਕਿਸੇ ਨੇ ਗੱਲਬਾਤ ਕਰਨੀ ਹੋਵੇ। ਤੇ ਮੇਰੇ ਕੋਲ ਇੱਕ
ਭੈਣ ਆਈ, ਨਹੀਂ ਆਦਮੀ ਸੀ ਸੌਰੀ, ਇੱਕ ਆਦਮੀ ਆਇਆ ਤੇ ਮੈਨੂੰ ਕਹਿੰਦਾ ਪਾਸਟਰ ਜੀ ਮੇਰੇ ਵਿੱਚ ਈਵਲ, ਮੈਂ ਕਹਿੰਦਾ ਬਲੀਵਰ ਹਾਂ, ਪਤਾ ਨਹੀਂ ਕਿੰਨੇ ਸਾਲਾਂ ਤੋਂ ਬਲੀਵਰ ਹਾਂ, ਪਰ ਕਹਿੰਦਾ ਮੇਰੇ ਵਿੱਚ ਈਵਲ ਸਪਿਰਿਟ ਹੈ, ਉਹ ਜਾਂਦਾ ਨਹੀਂ ਹੈਗਾ। ਓਕੇ, ਤਾਂ ਮੈਂ ਪ੍ਰੇ ਕਰਦਾ, ਮੈਂ ਸੋਚਦਾ ਬਈ ਮੈਨੂੰ ਇਹ ਕਿੱਦਾਂ ਹੈਂਡਲ ਕਰਨੀ ਚਾਹੀਦੀ ਆ, ਤੇ ਹੋਲੀ ਸਪਿਰਿਟ ਮੈਨੂੰ ਕਹਿੰਦਾ ਇਹਨੂੰ ਕੱਢੀ ਨਾ, ਉਹਨੂੰ ਸਕਾਲ, ਉਹਨੇ ਕਿੱਦਾਂ ਇਹਦਾ ਮੁਕਾਬਲਾ ਕਰਨਾ ਹੈ। ਉਹ ਜਿਹੜਾ ਈਵਲ ਸਪਿਰਿਟ ਵਿੱਚੋਂ ਬੋਲਦਾ ਆ, ਕਹਿੰਦਾ ਤੂੰ ਵੀ ਮੈਨੂੰ ਕੱਢ ਦੇ, ਤੂੰ ਕੱਢ ਦੇ ਮੈਨੂੰ। ਉਹ ਮੈਨੂੰ ਚੈਲੰਜ ਕਰਦਾ ਸੀ। ਪਰ ਅਸੀਂ ਹਰ ਵੇਲੇ ਸੁਣਦੇ ਹਾਂ ਰੂਹ ਆਤਮਾ ਕੀ ਕਹਿੰਦਾ ਹੈ। ਮੈਂ ਸੁਣਦਾ ਹਾਂ ਰੂਹ ਆਤਮਾ ਕੀ ਕਰਦਾ। ਇੱਥੇ ਆਪਾਂ ਕੀ ਸਿੱਖ ਰਹੇ ਹਾਂ? ਦੂਸਰੀ ਚੀਜ਼ ਸਿੱਖ ਰਹੇ ਹਾਂ, ਪ੍ਰੇ ਕਿੱਦਾਂ ਕਰਦੀ ਆ। ਰੂਹ ਆਤਮਾ ਆਪਾਂ ਨੂੰ ਗਾਈਡ ਕਰਦਾ ਹੈ। ਉਹ ਮੈਨੂੰ ਕਹਿ ਰਿਹਾ, ਕਹਿੰਦਾ ਤੂੰ ਕੱਢੀ ਨਾ, ਤੂੰ ਕਹਿੰਦਾ ਉਹਨੂੰ ਸਕਾਲ ਦੇ, ਇਹਦਾ ਮੁਕਾਬਲਾ ਕਿੱਦਾਂ ਕਰਨਾ ਹੈ। ਕਾਹਤੇ ਜੇ ਮੈਂ ਅੱਜ ਕੱਢ ਵੀ ਦਿੱਤਾ ਤੇ ਹੁਣ ਥੋੜੇ ਚਿਰ ਨੂੰ ਮੁੜ ਕੇ ਫੇਰ ਆ ਜਾਣਾ, ਕਾਹਤੇ ਕਰਕੇ ਉਹਦੀ ਕੋਈ ਡੋਰ ਖੁੱਲੀ ਆ, ਇਨਵੀਟੇਸ਼ਨ ਦਿੰਦਾ ਆ ਜਾ ਜੀ, ਕਿਉਂਕਿ ਉਹਨੂੰ ਪਤਾ ਨਹੀਂ ਡੋਰ ਖੁੱਲੀ ਆ, ਪਰ ਉਹ ਖੁੱਲੀ ਆ, ਉਹਨੇ ਆ ਜਾਣਾ। ਸੋ ਫਿਰ ਮੈਂ ਉਹਨੂੰ ਸਕਾਲਦਾ, ਮੈਂ ਕਿਹਾ ਭਾ ਤੁਹਾਨੂੰ ਪਤਾ ਜਦ ਤੁਸੀਂ ਜੀਸਸ ਨੂੰ ਪਾਇਆ ਸੀ, ਜਿਹੜਾ ਜ਼ਿਆਦਾ ਸ਼ਕਤੀਮਾਨ ਆ ਤੁਹਾਡੇ ਅੰਦਰ ਵਸਦਾ। ਮੈਂ ਕਿਹਾ ਇਹ ਜਿਹੜਾ ਸ਼ੈਤਾਨ ਆ, ਜਿਹੜਾ ਤੁਹਾਡੇ ਅੰਦਰ ਹੁਣ ਬੋਲਦਾ ਆ, ਉਹਦੇ ਮੂੰਹ ਸਾਡੀ ਬੋਲਦਾ ਸੀ, ਜਿਹੜਾ ਤੁਹਾਡੇ ਵਿੱਚ ਦੀ ਹੁਣ ਬੋਲਦਾ ਆ, ਇਹ ਤੁਹਾਡੇ ਪੈਰਾਂ ਦੇ ਥੱਲੇ ਆ। ਜੀਸਸ ਨੇ ਹਰਾ ਕੇ ਤੁਹਾਡੇ ਪੈਰਾਂ ਥੱਲੇ ਸੁੱਟਤਾ ਸੀ। ਮੈਂ ਕਿਹਾ ਇਹਦੀ ਸਿਰੀ ਤੁਹਾਡੇ ਪੈਰਾਂ ਦੇ ਥੱਲੇ ਆ, ਹੁਣ ਆਪਣਾ ਪੈਰ ਇਹਦੀ ਸਿਰੀ ਉੱਤੇ ਮਾਰ। ਤੇ ਉਹ ਕਹਿੰਦਾ ਜੀ ਮੈਨੂੰ ਕਰਨ ਨਹੀਂ ਦਿੰਦਾ। ਮੈਂ ਕਿਹਾ ਕਰਨ ਕਿੱਦਾਂ ਨਹੀਂ ਦਿੰਦਾ, ਤੂੰ ਆਪਣਾ ਪੈਰ ਇਹਦੀ ਸਿਰੀ ਉੱਤੇ ਮਾਰ। ਚੰਗੀ ਅਖਿਆਈ ਦੇ ਨਾਲ ਉਹ ਆਪਣਾ ਪੈਰ ਮਲਣ ਲੱਗਾ। ਬਹੁਤ ਹਾਸੇ ਵਾਲੀ ਸੀਨ ਵੀ ਸੀਗੀ, ਸੀਰੀਅਸ ਸੀਨ ਵੀ ਸੀਗੀ ਦੇਖਣ ਵਾਲੀ। ਉਹ ਆਪ ਹੀ ਉਹਦੀ ਸਿਰੀ ਉੱਤੇ ਪੈਰ ਮਾਰਦਾ, ਆਪ ਹੀ ਦੁਹਾਈਆਂ ਪਾਉਂਦਾ। ਕਾਹਦੇ? ਉਹ ਜਿਹੜੀ ਆਤਮਾ ਸੀਗੀ ਉਹ ਦੁਹਾਈਆਂ ਪਾਉਂਦੀ ਕਰਕੇ ਉਹਦੇ ਦੁੱਖ ਲੱਗਦਾ। 10 ਮਿੰਟਾਂ ਦੇ ਵਿੱਚ ਉਹ ਆਪਣੇ ਆਪ ਨੂੰ ਆਪ ਹੀ ਫ੍ਰੀ ਕਰ ਲੈਂਦਾ। ਕੀ ਹੋਇਆ? ਉਹਨੇ ਸਿੱਖ ਲਿਆ ਸ਼ੈਤਾਨ ਉੱਤੇ ਲੜ ਕੇ ਕਿੱਦਾਂ ਫਤਿਹ ਪਾਉਣੀ ਆ। ਜੇ ਮੈਂ ਕੱਢ ਕੇ ਆ ਜਾਂਦਾ, ਦੂਸਰੇ ਦਿਨ ਉਹ ਮੁੜ ਕੇ ਫਿਰ ਆ ਜਾਂਦਾ, ਉਹ ਉੱਥੇ ਹੀ ਫੇਰ ਮੁੜ ਕੇ ਆਉਣਾ ਸੀ। ਹੁਣ ਉਹਨੂੰ ਮੈਂ ਸਕਾਲ ਦਿੱਤਾ, ਜੇ ਸ਼ੈਤਾਨ ਫੇਰ ਮੁੜ ਕੇ ਆਉਣ ਦੀ ਕੋਸ਼ਿਸ਼ ਕਰੇ, ਉਹਨੂੰ ਕੀ ਕਰਨ ਦੀ ਜ਼ਰੂਰਤ ਹੈ। ਸੋ ਬਾਈਬਲ ਸਾਨੂੰ ਦੱਸਦੀ ਆ। ਦੂਸਰੀ ਚੀਜ਼ ਹੈ, ਸਾਨੂੰ ਸਿੱਖਣਾ ਪੈਣਾ ਅਸੀਂ ਕਿੱਦਾਂ ਪ੍ਰੇ ਕਰਨੀ ਆ। ਤੀਸਰੀ ਚੀਜ਼ ਜਿਹੜੀ ਹੈਗੀ ਆ, ਜਦੋਂ ਅਸੀਂ ਪਰਮੇਸ਼ਰ ਦੇ ਕੋਲੋਂ ਮੰਗ ਲੈਂਦੇ ਆ, ਅਸੀਂ ਕਰ ਲੈਂਦੇ ਆ, ਫਿਰ ਸਾਨੂੰ ਸਿੱਖਣਾ ਪੈਣਾ ਆ ਖੜੇ ਕਿੱਦਾਂ ਹੋਣਾ ਉਸ ਬਚਨ ਉੱਤੇ। ਜਿਹੜਾ ਪਰਮੇਸ਼ਰ ਨੇ ਵਾਅਦਾ ਦਿੱਤਾ ਆ, ਉਸ ਵਾਅਦੇ ਉੱਤੇ ਕਿੱਦਾਂ ਖੜੇ ਹੋਣਾ। ਆਪਾਂ ਏਬਰਾਹਮ ਦੇ ਬਾਰੇ ਦੇਖਦੇ ਸੀਗੇ। ਏਬਰਾਹਮ ਕੀ ਕਹਿੰਦਾ ਸੀ? ਲਿਖਿਆ ਆ। ਜਦੋਂ ਜੀਸਸ ਲੜਾਈਆਂ ਕਰਦਾ ਸੀ, ਉਹ ਕੀ ਕਹਿੰਦਾ ਹੁੰਦਾ ਸੀ? ਲਿਖਿਆ ਆ। ਜੀਸਸ ਜਿਹਨੇ ਸਾਰੀ ਦੁਨੀਆ ਬਣਾਈ ਸੀਗੀ, ਜਦੋਂ ਉਹਨੇ ਸ਼ੈਤਾਨ ਨਾਲ ਲੜਾਈ ਕੀਤੀ, ਉਹ ਕੀ ਕਹਿੰਦਾ ਆ? ਉਹ ਕਹਿੰਦਾ ਲਿਖਿਆ ਆ। ਆਪਾਂ ਮਸੀਹ ਦੀ ਕਿਤਾਬ ਦੇ ਵਿੱਚੋਂ ਜੀਸਸ ਦੇ ਬਾਰੇ ਦੇਖਦੇ ਹਾਂ। ਜਦੋਂ ਜੀਸਸ ਸ਼ੈਤਾਨ ਦੇ ਨਾਲ ਲੜਦਾ ਆ ਤੇ ਉਹ ਕਿੱਦਾਂ ਫਤਿਹ ਪਾਉਂਦਾ ਆ। ਓਕੇ, ਕਰਕੇ ਜਿਹੜੀ ਜੀਸਸ ਦੀ ਪਰਮੇਸ਼ਰਦਾਰੀ ਸੀਗੀ, ਜੋ ਪਰਮੇਸ਼ਰ ਸੀਗਾ, ਬਾਈਬਲ ਦੱਸਦੀ ਹੈ ਕੋਲੋਸੀਅੰਸ ਦੀ ਕਿਤਾਬ ਦੇ ਵਿੱਚ, ਉਹ ਸਾਰੀ ਲਾ ਕੇ ਸਵਰਗਾਂ ਦੇ ਵਿੱਚ ਛੱਡਿਆ ਆ। ਆਦਮੀ ਦੀ ਦੇਹ ਪਾ ਕੇ ਉਹ ਇਸ ਦੁਨੀਆ ਤੋਂ ਉੱਤੇ ਆਇਆ। ਜਿੱਦਾਂ ਆਦਮੀ ਰਹਿੰਦੇ ਉਦਾਂ ਆ ਕੇ ਰਿਹਾ। ਪਰਮੇਸ਼ਰ ਸੀ, ਪਰ ਉਹਨੇ ਆਦਮੀ ਦੀ ਦੇਹ ਲਈ, ਤੇ ਆਦਮੀ ਵਾਂਗ ਇਸ ਧਰਤੀ ਉੱਤੇ ਰਹਿੰਦਾ ਆ। ਫਿਰ ਉਹ ਜਿੱਦਾਂ ਆਦਮੀ ਆਪਾਂ ਨੂੰ ਲੜਾਈ ਲੜੀ ਪਈ ਆ, ਉਦਾਂ ਹੀ ਉਹਨੇ ਸ਼ੈਤਾਨ ਨਾਲ ਆਪ ਲੜੀ ਆ ਤੇ ਉੱਤੇ ਫਤਿਹ ਪਾਈ ਆ। ਅਸੀਂ ਜੀਸਸ ਵੱਲ ਦੇਖ ਕੇ ਅਸੀਂ ਵੀ ਉਦਾਂ ਹੀ ਫਤਿਹ ਪਾ ਸਕਦੇ ਹਾਂ। ਜਿੰਨੇ ਵੀ ਤੁਸੀਂ ਮੈਨੂੰ ਸੁਣ ਰਹੇ ਆ, ਕੋਈ ਵੀ ਇਹ ਤੋਂ ਬਾਹਰ ਨਹੀਂ ਹੈਗਾ। ਤੁਸੀਂ ਏਦਾਂ ਹੀ ਫਤਿਹ ਪਾ ਸਕਦੇ ਹੋ। ਜੇ ਸਮਝ ਨਹੀਂ ਲੱਗੀ, ਇਸ ਨੂੰ ਮੈਸੇਜ ਨੂੰ ਫੇਰ ਸੁਣ ਲੈਣਾ। ਬਹੁਤ ਸੀਰੀਅਸ ਹੈ, ਬਹੁਤ ਪਾਵਰਫੁਲ ਆ, ਤੇ ਤੁਹਾਡੇ ਵਾਸਤੇ ਤੁਸੀਂ ਹਰੇਕ ਲੜਾਈ ਦੇ ਉੱਤੇ ਫਤਿਹ ਪਾ ਸਕਦੇ ਆ ਜੇ ਤੁਸੀਂ ਇਹਨੂੰ ਫੋਲੋ ਕੀਤਾ। ਹੁਣ ਆਪਾਂ ਦੇਖਣ ਲੱਗੇ ਹਾਂ ਜੀਸਸ ਨੇ ਕਿੱਦਾਂ ਸ਼ੈਤਾਨ ਉੱਤੇ ਫਤਿਹ ਪਾਈ ਸੀ। ਮਤੀ ਦੀ ਕਿਤਾਬ ਉਹਦਾ 4 ਚੈਪਟਰ, ਮੈਥਿਊ ਚੈਪਟਰ 4 ਵਰਸ 4, ਸੁਰਿੰਦਰ ਆਪਣੇ ਵਾਸਤੇ ਪੜੂਗੇ।
4 ਦਾ 4 ਹਾਂਜੀ ਮਤੀ 4 ਉਹਦਾ ਚੌਥਾ ਵਰਸ ਮੈਥਿਊ 4:4 ਪਰ ਉਹਨੇ ਉੱਤਰ ਦਿੱਤਾ ਲਿਖਿਆ ਹੈ ਵੀ ਇਨਸਾਨ ਨਿਰੀ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਦੇ ਨਾਲ ਜਿਹੜਾ ਪਰਮੇਸ਼ਰ ਦੇ ਮੁਖੋਂ ਨਿਕਲਦਾ ਹੈ ਆਮੇਨ। ਇੱਥੇ ਸ਼ੈਤਾਨ ਉਹਨੂੰ ਕਹਿੰਦਾ ਸੀ ਪੱਥਰ ਨੂੰ ਰੋਟੀ ਬਣਾ ਦੇ, ਪਰ ਜੀਸਸ ਕੀ ਕਹਿੰਦਾ? ਉਹ ਬਚਨ ਬੋਲਦਾ ਹੈ। ਉਹ ਕਹਿੰਦਾ ਬਚਨ ਦੇ ਵਿੱਚ ਲਿਖਿਆ ਆ ਆਦਮੀ ਇਕੱਲਾ ਰੋਟੀ ਨਾਲ ਨਹੀਂ ਜੀਊਗਾ, ਪਰ ਉਹ ਹਰੇਕ ਬਚਨ ਜਿਹੜਾ ਪਰਮੇਸ਼ਰ ਦੇ ਮੂੰਹ ਦੇ ਵਿੱਚੋਂ ਨਿਕਲਦਾ ਆ ਉਹਦੇ ਨਾਲ ਜਿੰਦਾ ਰਹੂਗਾ। ਜੇ ਅਸੀਂ ਸ਼ੈਤਾਨ ਉੱਤੇ ਫਤਿਹ ਪਾਉਣੀ ਆ, ਸਾਨੂੰ ਬਚਨ ਦੇ ਵਿੱਚ ਰਹਿਣ ਦੀ ਜ਼ਰੂਰਤ ਆ, ਸਾਨੂੰ ਮੂੰਹ ਜਵਾਨੀ ਥੋੜਾ ਬਾਲਾ ਯਾਦ ਕਰਨ ਦੀ ਜ਼ਰੂਰਤ ਆ। ਫਿਰ ਜਦੋਂ ਸਾਡੀ ਲੜਾਈ ਲੱਗਦੀ ਆ ਅਸੀਂ ਬੋਲ ਸਕੀਏ। ਜੀਸਸ ਹੁਣ ਬਾਈਬਲ ਲੈ ਕੇ ਨਹੀਂ ਬੈਠਾ ਹੈਗਾ, ਉਹਨੇ ਸਿੱਖਿਆ ਆ, ਮੂੰਹ ਜਵਾਨੀ ਸਿੱਖਿਆ ਆ ਆਇਤਾਂ ਤੇ ਉਹ ਬੋਲਦਾ ਆ। ਪਰ ਹੱਲੇ ਵੀ ਸ਼ੈਤਾਨ ਨੱਠਿਆ ਨਹੀਂ ਹੈਗਾ, ਹੱਲੇ ਵੀ ਉੱਥੇ ਹੀ ਆ। ਸੋ ਇੱਥੇ ਸ਼ੈਤਾਨ ਹੋਰ ਕੁਝ ਉਹਨੂੰ ਕਹਿੰਦਾ, ਪਰ ਜੀਸਸ ਫੇਰ ਉਹ ਨਾਲ ਲੜਾਈ ਲੜਦਾ ਆ। ਲੜਾਈ ਕੀ ਆ? 7ਵੇਂ ਆਇਤ ਦੇ ਵਿੱਚ ਆਪਾਂ ਦੇਖਦੇ ਜੀਸਸ ਕਿੱਦਾਂ ਉਹਨਾਂ ਨਾਲ ਲੜਦਾ ਆ। ਮਤੀ ਉਹਦਾ 4 ਤੇ ਉਹਦੀ 7ਵੀਂ ਆਇਤ ਮੈਥਿਊ ਚੈਪਟਰ 4 ਵਰਸ 7 ਯਿਸੂ ਨੇ ਉਸ ਨੂੰ ਆਖਿਆ ਇਹ ਵੀ ਲਿਖਿਆ ਹੈ ਜੋ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਨਾ ਪਰਦਾ। ਪਹਿਲਾਂ ਕੀ ਲਿਖਿਆ ਸੀ? ਇਟ ਇਜ਼ ਰਿਟਨ। ਚੌਥੀ ਆਇਤ ਦੇ ਵਿੱਚ 7ਵੀਂ ਆਇਤ ਵਿੱਚ ਕੀ ਕਹਿੰਦਾ? ਜੀਸਸ ਕਹਿੰਦਾ ਇਟ ਇਜ਼ ਰਿਟਨ। ਚੰਗਾ ਹੋ ਗਿਆ ਵੀ ਜੀਸਸ ਨੂੰ ਪਤਾ ਸੀ ਲਿਖਿਆ ਆ। ਬਾਲੀ ਵਾਰੀ ਅਸੀਂ ਕਿੱਦਾਂ ਹਾਰ ਜਾਂਦੇ ਆ, ਸਾਨੂੰ ਪਤਾ ਨਹੀਂ ਕੀ ਲਿਖਿਆ ਆ, ਸਾਨੂੰ ਪਤਾ ਨਹੀਂ ਹੈਗੀ ਪਰਮੇਸ਼ਰ ਦੀ ਕੀ ਮਰਜ਼ੀ ਆ, ਇਸ ਕਰਕੇ ਅਸੀਂ ਹਾਰ ਜਾਂਦੇ ਆ। ਜੇ ਸਾਨੂੰ ਕੋਈ ਚੀਜ਼, ਜਿੱਦਾਂ ਪਿਛਲੇ ਹਫ਼ਤੇ ਮੈਂ ਦੱਸਦਾ ਸੀਗਾ, ਜੇ ਮੇਰਾ ਡੈਡੀ ਮੈਨੂੰ 1 ਲੱਖ ਪਾਉਣ ਛੱਡ ਗਿਆ ਆ, ਲਿਖ ਕੇ ਰੱਖ ਗਿਆ, ਪਰ ਮੈਂ ਉਹ ਲਿਖਿਆ ਹੀ ਨਹੀਂ ਪੜ੍ਹਦਾ ਹੈਗਾ, ਤੇ ਮੈਂ ਬੇਸ਼ੱਕ ਹੀ ਨੰਗਾ ਬੈਠਾ ਰਵਾਂ, ਭੁੱਖਾ ਬੈਠਾ ਰਵਾਂ, ਮੇਰੀ ਬੈਂਕ ਵਿੱਚ ਲੱਖ ਪਾਉਣ ਪਿਆ ਆ, ਪਰ ਮੈਨੂੰ ਕਿਸੇ ਫਾਇਦੇ ਦੀ ਗੱਲ ਨਹੀਂ ਹੈਗੀ, ਮੈਨੂੰ ਕੋਈ ਫਾਇਦਾ ਨਹੀਂ ਕਰਦਾ ਹੈਗਾ। ਕਾਹਤੇ? ਕਰਕੇ ਮੈਂ ਲਿਖਿਆ ਪੜ੍ਹਿਆ ਨਹੀਂ ਹੈਗਾ। ਜੀਸਸ ਇੱਥੇ ਪੜ੍ਹਿਆ ਆ। ਸੋ ਉਹ ਜਦੋਂ ਸ਼ੈਤਾਨ ਦੇ ਨਾਲ ਲੜਦਾ ਆ, ਉਹ ਕੀ ਕਹਿੰਦਾ? ਇਟ ਇਜ਼ ਰਿਟਨ thou shall worship the Lord thy God। ਕਹਿੰਦਾ ਹੋਰ ਕਿਸੇ ਚੀਜ਼ ਨੂੰ ਮੱਥਾ ਨਹੀਂ ਟੇਕਣਾ ਹੈਗਾ, ਕੱਲਾ ਪਰਮੇਸ਼ਰ ਨੂੰ ਟੇਕਣਾ ਹੈ। ਕਰਕੇ ਸਾਨੂੰ ਇਹ ਪਤਾ ਨਹੀਂ ਹੈਗਾ, ਅਸੀਂ ਕੀ ਕਹਿੰਦੇ ਆ? ਫੇਕ ਹੀ ਹੋ ਗਿਆ। ਜੇ ਅਸੀਂ ਮੱਥਾ ਟੇਕ ਵੀ ਦਿੱਤਾ ਤਾਂ ਮੇਰੇ ਮਨ ਦੇ ਵਿੱਚ ਤਾਂ ਜੀਸਸ ਹੀ ਸੀਗਾ, ਮੇਰੇ ਮਨ ਦੇ ਵਿੱਚ ਤਾਂ ਰੱਬ ਹੀ ਸੀਗਾ। ਨੋ, ਜੇ ਅਸੀਂ ਮੋਹਰੇ ਕੋਈ ਮੂਰਤ ਰੱਖ ਕੇ, ਮੋਹਰੇ ਕੋਈ ਚੀਜ਼ ਰੱਖ ਕੇ ਉਹਨੂੰ ਮੱਥਾ ਟੇਕਦੇ ਆ, ਸ਼ੈਤਾਨ ਨੇ ਇਦਾਂ ਹੀ ਲੈਣਾ ਵੀ ਤੁਸੀਂ ਉਹਨੂੰ ਮੱਥਾ ਟੇਕਿਆ, ਉਹਦਾ ਤੁਸੀਂ ਮਨ ਦੇ ਵਿੱਚ ਜੋ ਮਰਜ਼ੀ ਰੱਖਿਆ। ਉਹਨੇ ਜਦੋਂ ਪਰਮੇਸ਼ਰ ਦੇ ਸਾਹਮਣੇ ਗਿਆ, ਉਹਨੇ ਉਹ ਤੁਹਾਡੀ ਉਹੀ ਤਸਵੀਰ ਦਿਖਾ ਲੈਣੀ ਆ। ਹੁਣ ਤੁਹਾਡਾ ਮਾਈਂਡ ਨਹੀਂ ਦਿਖਾਣਾ ਹੈਗਾ, ਹੁਣ ਦੇਖਿਆ ਜੀ ਉਹਨੇ ਮੇਰੇ ਮੋਹਰੇ ਮੱਥਾ ਟੇਕਿਆ ਸੀਗਾ। ਸੋ ਇੱਥੇ ਜੀਸਸ ਨੂੰ ਪਤਾ ਸੀ ਕੀ ਲਿਖਿਆ ਆ। ਇੱਕ ਆਪਾਂ ਇਹ ਹੋਰ ਦੇਖਦੇ ਹਾਂ, ਫਿਰ ਆਪਣਾ ਟਾਈਮ ਚੱਲ ਗਿਆ, ਤੇ ਫਿਰ ਅਗਲੀ ਵੀਕ ਨੂੰ ਆਪਾਂ ਇਹਦੇ ਵਿੱਚੋਂ ਇੱਕ ਵਾਰੀ ਫੇਰ ਕਰਨਾ ਪੈਣਾ, ਕਰਕੇ ਆਪਣਾ ਫਿਨਿਸ਼ ਨਹੀਂ ਹੋਇਆ ਹੈਗਾ। ਮਤੀ ਦੇ 4ਥੇ ਚੈਪਟਰ ਦੇ ਵਿੱਚ ਹੀ ਹਾਲੇ ਆਪਾਂ 4-7 ਆਇਤ ਆਪਾਂ ਪੜ੍ਹ ਹਟੇ, ਹੁਣ 10ਵੀਂ ਆਇਤ ਪੜ੍ਹਦੇ ਹਾਂ। ਹਾਂਜੀ, ਮੈਥਿਊ ਚੈਪਟਰ 4 ਵਰਸ 10 ਇੱਥੇ ਦਾ ਲਿਖਿਆ, ਤਦੋਂ ਯਿਸੂ ਨੇ ਉਸ ਨੂੰ ਕਿਹਾ, ਹੇ ਸ਼ੈਤਾਨ ਚਲਿਆ ਜਾ, ਕਿਉਂ ਜੋ ਲਿਖਿਆ ਹੈ ਵੀ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ। ਓਕੇ, ਹੁਣ ਤੀਸਰੀ ਵਾਰੀ ਜੀਸਸ ਨੇ ਫੇਰ ਕੀ ਲਿਖਿਆ ਹੈ, ਤੇ ਉਹ ਸ਼ੈਤਾਨ ਨੂੰ ਹੁਕਮ ਦਿੰਦਾ ਤੇ ਸ਼ੈਤਾਨ ਨੱਠ ਜਾਂਦਾ ਹੈ। ਮੈਂ ਬਾਰੀ ਵਾਰੀ ਇਹ ਕਹਿੰਦਾ ਹੁੰਦਾ, ਜੇ ਤੁਸੀਂ ਬਚਨ ਬੋਲੀ ਗਏ, ਸ਼ੈਤਾਨ ਕੋ ਬੜਾ ਚਿਰ ਨਹੀਂ ਚੱਲ ਹੋਣਾ ਹੈਗਾ। ਏਦਾਂ ਜਿੱਦਾਂ ਉਹਦੇ ਵਿੱਚ ਹੀ ਤਲਵਾਰ ਲੰਘਦੀ ਹੁੰਦੀ ਹੈ। ਬਚਨ ਬਹੁਤ ਪਾਵਰਫੁਲ ਆ। ਆਪਾਂ ਕੀ ਪੜ੍ਹਿਆ ਸੀ ਪਿਛਲੀ ਵੀਕੇ? The word is like a sword of the spirit। ਉਹ ਇੱਕ ਤਲਵਾਰ ਵਰਗੀ ਆ, ਤੇ ਉਹ ਕੱਟ ਕੇ ਪੀਸਿਸ ਬਣਾਉਂਦੀ ਉਹਦੇ, ਤੇ ਉਹ ਨੱਠ ਜਾਂਦਾ ਹੈ। ਜਦੋਂ ਉਹਦੇ ਲੱਗਣ ਲੱਗਦੀ ਆ, ਉਹ ਨੱਠ ਜਾਂਦਾ ਹੈ। ਪਰ ਸਾਨੂੰ ਬਚਨ ਦੇ ਬਾਰੇ ਜਾਣਨ ਦੀ ਜ਼ਰੂਰਤ ਆ, ਉਹਨੂੰ ਵਰਤਣ ਦੀ ਜ਼ਰੂਰਤ ਆ, ਜੇ ਅਸੀਂ ਇਹ ਲੜਾਈ ਜਿੱਤਣੀ ਆ। ਜੇ ਅਸੀਂ ਨਹੀਂ ਲੜਾਈ ਜਿੱਤਣੀ, ਕਈ ਕਹਿੰਦੇ ਜੀ ਮੈਂ ਰੋ ਰੋ ਕੇ ਪ੍ਰੇ ਕੀਤੀ ਸੀ। ਓਕੇ, ਸ਼ੈਤਾਨ ਦੇ ਮੂਹਰੇ ਜਿੰਨਾ ਮਰਜ਼ੀ ਰੋਈ ਜਾਓ, ਕੋਈ ਫਰਕ ਨਹੀਂ ਪੈਣਾ ਹੈਗਾ। ਉਹਨੇ ਸਾਹਮਣੇ ਕੇ ਹੱਸਣਾ ਤੁਹਾਡੇ ਵੱਲ ਦੇਖ ਕੇ। ਉੱਥੋਂ ਤਲਵਾਰ ਕੱਢਣੀ ਪੈਣੀ ਆ,
ਤਲਵਾਰ ਨੂੰ ਵਰਤਣਾ ਪੈਣਾ। ਤਲਵਾਰ ਕੀ ਆ? ਪਰਮੇਸ਼ਰ ਦਾ ਬਚਨ। ਓਕੇ, ਇੱਥੇ ਮੈਂ ਫਿਨਿਸ਼ ਕਰ ਦੇਣਾ ਕਿ ਦੋ ਚੀਜ਼ਾਂ ਸੁਰਿੰਦਰ ਬੋਲੂਗੀ, ਉਦੋਂ ਬਾਅਦ ਫਿਰ ਆਪਾਂ ਪ੍ਰੇ ਕਰਾਂਗੇ। ਅਗਲੇ ਹਫਤੇ ਨੂੰ ਇੱਕ ਵਾਰੀ ਹੋਰ ਆਪਾਂ ਫਿਰ ਦੇਖਾਂਗੇ ਜਿਹੜੀ ਲੜਾਈ ਆਪਾਂ ਲੜਦੇ ਹਾਂ, ਖੂਨ ਤਾਂ ਮਾਸ ਨਾਲ ਨਹੀਂ ਹੈਗੀ, ਪਰ ਆਤਮਿਕ ਲੜਾਈ ਆ। ਕਿੱਦਾਂ ਇਹ ਲੜਾਈ ਅਸੀਂ ਹਰੇਕ ਵਾਰੀ ਫਤਿਹ ਪਾ ਸਕਦੇ ਹਾਂ ਜਦੋਂ ਅਸੀਂ ਆਤਮਿਕ ਲੜਾਈ ਲੜਨ ਲੱਗੇ। ਆਮੇਨ। ਹਾਂਜੀ, ਆਪਾਂ ਬਹੁਤ ਸੋਹਣੀ ਤਰ੍ਹਾਂ ਦੇਖਿਆ ਤੇ ਬਹੁਤ ਮੈਂ ਉਮੀਦ ਰੱਖਦੀ ਬਹੁਤ ਸਾਰੇ ਸਾਡੇ ਜਿਹੜੇ ਇਸ ਵੇਲੇ ਦੇਖ ਰਹੇ ਆ ਦਰਸ਼ਕ ਜਾਂ ਸਾਡੇ ਬੱਚੇ, ਨੌਜਵਾਨ, ਭੈਣ ਭਰਾ, ਉਹਨਾਂ ਨੂੰ ਇਸ ਨਿੱਚ ਬਾਰੇ ਹੋ ਸਕਦਾ ਪਤਾ ਵੀ ਹੋਵੇ ਤੇ ਬਹੁਤਿਆਂ ਨੂੰ ਹੋ ਸਕਦਾ ਨਾ ਪਤਾ ਹੋਵੇ। ਪਰ ਜਿੱਦਾਂ ਮੈਂ ਪਹਿਲਾਂ ਹੀ ਕਿਹਾ ਸੀ ਕਿ ਆਪਾਂ ਨੂੰ ਸਾਰਿਆਂ ਨੂੰ ਰੋਜ਼ ਦੀ ਰੋਜ਼ ਹੀ ਆਪਣੀ ਆਤਮਿਕ ਜ਼ਿੰਦਗੀ ਦੇ ਵਿੱਚ ਵਧਣ ਦੀ ਲੋੜ ਆ। ਸੋ ਸਾਨੂੰ ਅੱਜ ਫਿਰ ਇਹ ਨੇਚਾ ਕਿੱਦਾਂ ਰੱਖਣੀ ਆ, ਕੀ ਨੇਚਾ ਆ, ਇਹਦੇ ਬਾਰੇ ਆਪਾਂ ਸਿੱਖਿਆ ਆ। ਪਰ ਸੱਚਮੁੱਚ ਆ ਕਿ ਪਹਿਲੀ ਚੀਜ਼ ਜਿਹੜੀ ਮੇਰੇ ਮਾਈਂਡ ਦੇ ਵਿੱਚ ਇਸ ਵੇਲੇ ਔਖੇ ਟਾਈਮ ਦੇ ਵਿੱਚ ਜਦੋਂ ਦੁਨੀਆ ਦੇ ਵਿੱਚ ਐਂਡ ਆ, ਇਹੀ ਆ ਕਿ ਪਹਿਲੀ ਚੀਜ਼ ਅਸੀਂ ਇਹ ਸਿੱਖੀ ਇਹਦੇ ਵਿੱਚੋਂ ਕਿ ਯਿਸੂ ਮਸੀਹ ਕਿਉਂ ਆਏ ਸੀ, ਕੀ ਲੋੜ ਪੈ ਗਈ ਸੀ ਆਪਣਾ ਜਲਾਲ ਛੱਡ ਕੇ ਇਸ ਦੁਨੀਆ ਦੇ ਵਿੱਚ ਆ ਕੇ ਰਹਿਣ। ਕਿਉਂਕਿ ਜਦੋਂ ਅਸੀਂ ਉਹਨਾਂ ਦੀ ਇਹ ਬਾਣੀ ਚੋਂ ਸਿੱਖਦੇ ਹਾਂ ਕਿ ਯਿਸੂ ਮਸੀਹ ਪਾਪੀਆਂ ਨੂੰ ਬਚਾਉਣ ਵਾਸਤੇ ਆਇਆ ਸੀਗਾ, ਤੇ ਫਿਰ ਹੀ ਸਾਡਾ ਜੀਵਨ ਉਹਦੇ ਨਾਲ ਗਾਹਾਂ ਬਣਦਾ ਹੈ। ਕਿਉਂਕਿ ਅਸੀਂ ਸਾਰੇ ਇਸ ਦੁਨੀਆ ਦੇ ਵਿੱਚ ਪਾਪੀ ਹਾਂ ਤੇ ਇੱਕ ਸਿਰਫ ਯਿਸੂ ਮਸੀਹ ਸੀਗੇ ਜਿਹੜੇ ਸਾਡੇ ਪਾਪਾਂ ਦੀ ਖਾਤਰ ਪਵਿੱਤਰਤਾਈ ਦੇ ਵਿੱਚ ਰਹਿ ਕੇ ਇਸ ਦੁਨੀਆ ਵਿੱਚ ਆਏ, ਕਿਉਂਕਿ ਉਹਨਾਂ ਨੇ ਕ੍ਰੋਸ ਤੱਕ ਵੀ ਕੋਈ ਪਾਪ ਨਹੀਂ ਕੀਤਾ ਤੇ ਉਹ ਸਾਡੇ ਪਾਪਾਂ ਦੀ ਸਜ਼ਾ ਲੈ ਕੇ ਕ੍ਰੋਸ ਤੇ ਚੜੇ ਸੀਗੇ ਤੇ ਤੀਜੇ ਦਿਨ ਜੀ ਉੱਠੇ, ਕਿਉਂਕਿ ਮੌਤ ਉਹਨਾਂ ਨੂੰ ਕਾਬੂ ਨਹੀਂ ਕਰ ਸਕੀ। ਸੋ ਜੇ ਅਸੀਂ ਇਸ ਚੀਜ਼ ਦੇ ਉੱਤੇ ਭਰੋਸਾ ਰੱਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਸਾਡੇ ਵਾਸਤੇ ਮਰ ਗਏ, ਤੇ ਸੱਚਮੁੱਚ ਅਸੀਂ ਵੀ ਆਪਣੇ ਪਾਪਾਂ ਤੋਂ ਛੁਟਕਾਰਾ ਪਾ ਕੇ ਧਰਮੀ ਬਣ ਸਕਦੇ ਹਾਂ। ਜਿੱਦਾਂ ਅਬਰਾਹਮ ਵੀ ਧਰਮੀ ਉਦੋਂ ਹੀ ਬਣਿਆ ਜਦੋਂ ਪ੍ਰਭੂ ਦੇ ਬਚਨਾਂ ਦੇ ਉੱਤੇ ਉਹਨੇ ਧਿਆਨ ਲਾਇਆ। ਫਿਰ ਦੂਸਰੀ ਚੀਜ਼, ਦੁਨੀਆ ਦੀਆਂ ਚੀਜ਼ਾਂ ਦੇ ਵਿੱਚ ਅਸੀਂ ਬਹੁਤ ਕੁਝ ਮੰਗਦੇ ਹਾਂ ਤੇ ਮੰਗਣਾ ਚਾਹੀਦਾ ਵੀ ਹੈ। ਪਰਮੇਸ਼ਰ ਸਾਡਾ ਇੰਨਾ ਖੁੱਲ੍ਹੇ ਦਿਲ ਵਾਲਾ ਪਿਤਾ ਆ, ਕਿਉਂਕਿ ਅਬਰਾਹਮ ਨੇਚਾ ਦੇ ਰਾਹੀਂ ਮੁਕਤੀ ਤਾਂ ਪਾਈ, ਪਰ ਫਿਰ ਵੀ ਉਹਨੇ ਆਪਣੇ ਬੇਟੇ ਲਈ ਵੀ ਪ੍ਰਭੂ ਨੂੰ ਕਿਹਾ ਤੇ ਉਹਨੂੰ ਬੇਟਾ ਵੀ ਦਿੱਤਾ ਗਿਆ। ਸੋ ਮੈਂ ਇਹ ਨਹੀਂ ਕਹਿੰਦੀ ਕਿ ਸਾਨੂੰ ਇਸ ਦੁਨੀਆ ਦੀਆਂ ਜ਼ਰੂਰਤਾਂ ਨਹੀਂ ਚਾਹੀਦੀਆਂ, ਜ਼ਰੂਰਤਾਂ ਮੰਗਣੀਆਂ ਚਾਹੀਦੀਆਂ, ਪਰ ਜੇ ਅਸੀਂ ਯਿਸੂ ਮਸੀਹ ਨੂੰ ਨਹੀਂ ਪਾਉਂਦੇ, ਪਿਤਾ ਪਰਮੇਸ਼ਰ ਦੇ ਨਾਲ ਆਪਣਾ ਰਿਸ਼ਤਾ ਨਹੀਂ ਜੋੜਦੇ, ਤਾਂ ਮੇਰੇ ਖਿਆਲ ਉਹ ਚੀਜ਼ਾਂ ਵੀ ਅਵਿਰਥ ਰਹਿ ਜਾਣੀਆਂ। ਕਿਉਂਕਿ ਇਸ ਦੁਨੀਆ ਵਿੱਚ ਦੇਖੋ ਜੋ ਹਲਚਲ ਇਸ ਵੇਲੇ ਮਚੀ ਹੋਈ ਆ, ਉਹ ਸਾਨੂੰ ਸਾਰਿਆਂ ਨੂੰ ਇੱਕ ਚੇਤਾਵਨੀ ਦੇ ਰਹੀ ਆ ਕਿ ਸਾਡਾ ਅੰਤ ਹੋਣ ਵਾਲਾ ਆ। ਯਿਸੂ ਮਸੀਹ ਦੂਸਰੀ ਵਾਰੀ ਆਉਣ ਵਾਲਾ ਆ। ਜਿਹੜੇ ਮਸੀਹ ਨੂੰ ਜਾਣਦੇ ਆ ਉਹਨਾਂ ਨੂੰ ਪਤਾ ਆ ਕਿ ਯਿਸੂ ਮਸੀਹ ਨੇ ਫੇਰ ਆਉਣਾ ਹੈ। ਮੈਂ ਇਹ ਗੱਲ ਪਿਛਲੇ ਹਫ਼ਤੇ ਮੇਰੇ ਦਿਲ ਵਿੱਚ ਆਈ ਸੀ। ਪਹਿਲੀ ਵਾਰੀ ਯਿਸੂ ਮਸੀਹ ਜਦੋਂ ਆਏ ਸੀ, ਉਹ ਇਸ ਕਰਕੇ ਆਏ ਸੀ ਕਿ ਪਾਪੀਆਂ ਨੂੰ ਬਚਾਉਣ, ਪਰ ਹੁਣ ਉਹਨਾਂ ਨੇ ਇਸ ਕਰਕੇ ਆਉਣਾ, ਆਪਣੇ ਜਲਾਲ ਦੇ ਵਿੱਚ ਆਉਣਾ ਆ ਕਿ ਜਿਹੜੇ ਉਹਨਾਂ ਤੇ ਨਿਹਚਾ ਕਰਦੇ ਉਹਨਾਂ ਨੂੰ ਲੈਣ ਆਉਣਾ ਹੈ। ਸੋ ਫਿਰ ਸਾਡੇ ਲਈ ਬਹੁਤ ਦੁੱਖ ਦੀ ਘੜੀ ਹੋਊਗੀ ਜਿਹੜੇ ਨਹੀਂ ਵਿਸ਼ਵਾਸ ਕੀਤਾ, ਕਿਉਂਕਿ ਫਿਰ ਜਜਮੈਂਟ ਵੀ ਹੋਣੀ ਹੈ। ਸੋ ਮੇਰੀ ਪ੍ਰਾਰਥਨਾ ਆ, ਮੇਰੀ ਇਸ ਵੇਲੇ ਰਿਕੁਐਸਟ ਆ ਕਿ ਤੁਸੀਂ ਜ਼ਰੂਰ ਬੈਰੀ ਦੇ ਨਾਲ ਲੜਾਈ ਕਰੋ, ਕਿਉਂਕਿ ਉਹ ਸਾਡੇ ਵਿੱਚ ਸੋਚਾ ਪਾਉਂਦਾ ਕਿ ਕੁਆਰੀ ਤੋਂ ਪੁੱਤਰ ਜੰਮ ਨਹੀਂ ਸਕਦਾ। ਕੁਆਰੀ ਵਾਲਾ ਪੁੱਤਰ ਜਾਂ ਉਹ ਯਿਸੂ ਮਸੀਹ ਸਾਡੀਆਂ ਪਾਪੀ ਵਾਲੀ ਜ਼ਿੰਦਗੀ ਨਹੀਂ ਲੈ ਸਕਦਾ। ਪਰ ਤੁਸੀਂ ਇਹਦੇ ਉੱਤੇ ਵੀ ਫਤਿਹ ਪਾ ਸਕਦੇ ਹੋ। ਕਿੱਦਾਂ? ਜਿੱਦਾਂ ਯਿਸੂ ਮਸੀਹ ਦੇ ਬਚਨਾਂ ਨੂੰ ਪੜ੍ਹ ਕੇ ਸੁਣ ਕੇ ਸਾਡੇ ਵਿੱਚ ਨਿਹਚਾ ਪੈਦਾ ਹੁੰਦੀ ਹੈ। ਸੋ ਮੇਰੀ ਪ੍ਰਾਰਥਨਾ ਆ, ਮੈਂ ਪਰਮੇਸ਼ਰ ਅੱਗੇ ਵੀ ਇਹੀ ਪ੍ਰਾਰਥਨਾ ਕਰਦੀ ਹਾਂ ਕਿ ਅੱਜ ਆਪਣੀਆਂ ਅੱਖਾਂ ਨੂੰ ਉਹ ਖੋਲ੍ਹੇ ਤੇ ਸਾਡੇ ਤੇ ਕਿਰਪਾ ਕਰੇ ਕਿ ਅਸੀਂ ਉਹਦੇ ਬਚਨਾਂ ਤੇ ਨਿਹਚਾ ਕਰਨ ਵਾਲੇ ਬਣ ਸਕੀਏ, ਤਾਂ ਕਿ ਅਸੀਂ ਜਦੋਂ ਇਸ ਜੀਵਨ ਦੇ ਵਿੱਚੋਂ ਫਿਰ ਅਸੀਂ ਉਹ ਸਾਰੀਆਂ ਚੀਜ਼ਾਂ ਵੀ ਪਾ ਸਕੀਏ, ਕਿਉਂਕਿ ਉਹ ਕਹਿੰਦਾ ਪਹਿਲਾਂ ਮੇਰੇ ਰਾਜ ਨੂੰ ਭਾਲੋ ਤਾਂ ਫਿਰ ਇਹ ਚੀਜ਼ਾਂ ਵੀ ਸਾਰੀਆਂ ਤੁਹਾਨੂੰ ਦਿੱਤੀਆਂ ਜਾਊਗੀਆਂ। ਸੋ ਫਿਰ ਅਸੀਂ ਸਾਰੀਆਂ ਚੀਜ਼ਾਂ ਦੇ ਵਿੱਚ ਫਤਿਹਮੰਦ ਹੋ ਸਕਦੇ ਹਾਂ ਤੇ ਸਾਰੀ ਵੱਡੀ ਗੱਲ ਉਹ ਸਾਡੇ ਕੋਲ ਸ਼ਾਂਤੀ ਤੇ ਖੁਸ਼ੀ ਵੀ ਆ ਸਕਦੀ ਹੈ। ਧਾਰਮਿਕ ਜੀਵਨ ਯਿਸੂ ਮਸੀਹ ਦੇ ਰਾਹੀਂ ਹੀ ਮਿਲ ਸਕਦਾ ਹੈ। ਆਮੇਨ। ਸੋ ਆ ਜਾਓ ਆਪਾਂ ਹੁਣ ਪ੍ਰਾਰਥਨਾ ਕਰਦੇ, ਕਿਉਂਕਿ ਟਾਈਮ ਬਹੁਤ ਛੇਤੀ ਨੱਠ ਜਾਂਦਾ ਆ। ਬਹੁਤ ਕੁਝ ਕਹਿਣ ਨੂੰ ਹੁੰਦਾ ਆ, ਪਰ ਟਾਈਮ ਬਹੁਤ ਥੋੜਾ ਹੁੰਦਾ ਆ। ਪਰ ਪ੍ਰਭੂ ਦੀ ਵਡਿਆਈ ਕਰਦੇ ਜਿਸ ਟਾਈਮ ਦੇ ਵਿੱਚ ਆਪਾਂ ਨੂੰ ਦਿੱਤਾ, ਇਸ ਟਾਈਮ ਨੂੰ ਆਪਾਂ ਕੀਮਤੀ ਸਮਝ ਸਕੀਏ। ਹਾਂਜੀ, ਪ੍ਰਾਰਥਨਾ। ਹਾਂਜੀ, ਪਹਿਲਾਂ ਆਪਾਂ ਉਹਨਾਂ ਵਾਸਤੇ ਪ੍ਰਾਰਥਨਾ ਕਰਦੇ ਹਾਂ ਜਿਹੜੇ ਇਸ ਵੇਲੇ
ਜਿੱਦਾਂ ਏਬਰਾਹਮ ਰਾਈਚੀਅਸ ਬਣਿਆ ਸੀ, ਧਰਮਬਾਜੀ ਬਣਨਾ ਚਾਹੁੰਦੇ ਆ। ਜਿਹੜੇ ਪਰਮੇਸ਼ਰ ਨੂੰ ਪਾਉਣਾ ਚਾਹੁੰਦੇ ਆ, ਉਹਦੇ ਮੁੜ ਕੇ ਫੇਰ ਬੇਟੇ ਬੇਟੀਆਂ ਬਣਨਾ ਚਾਹੁੰਦੇ ਆ। ਪਰਮੇਸ਼ਰ ਤੋਂ ਦੂਰ ਹੋਏ ਸੀ, ਪਾਪ ਨੇ ਦੂਰ ਕੀਤਾ ਸੀ, ਪਰ ਹੁਣ ਉਹ ਉਹਦੇ ਕੋਲ ਆਉਣਾ ਚਾਹੁੰਦੇ ਆ। ਸੋ ਮੈਂ ਪ੍ਰੇ ਕਰਨੀ, ਤੁਸੀਂ ਨੇ ਮੇਰੇ ਨਾਲ ਐਗਰੀ ਕਰਨਾ ਤੇ ਤੁਹਾਨੂੰ ਪਰਮੇਸ਼ਰ ਆਪਣਾ ਪਾਪ ਮਾਫ ਕਰ ਦਿਓ। ਜਿੱਦਾਂ ਤੁਸੀਂ ਪਾਪ ਕੀਤਾ ਹੀ ਨਹੀਂ ਹੁੰਦਾ, ਤੇ ਤੁਹਾਨੂੰ ਆਪਣੇ ਬੇਟੇ ਬੇਟੀਆਂ ਬਣਾ ਲਊਗਾ। ਆਮੇਨ। ਆ ਜਾਓ ਆਪਾਂ ਪਹਿਲਾਂ ਉਹਨਾਂ ਵਾਸਤੇ ਪ੍ਰੇ ਕਰਦੇ, ਫਿਰ ਆਪਾਂ ਜਿਹੜੇ ਤੁਸੀਂ ਠੀਕ ਨਹੀਂ, ਜਿਨ੍ਹਾਂ ਨੂੰ ਮਿਰਕਲ ਚਾਹੀਦੀ ਆ, ਜਿਨ੍ਹਾਂ ਨੇ ਲੜਾਈ ਵਿੱਚ ਪਏ ਹੋਏ ਆ ਪਰ ਜੇਤ ਚਾਹੀਦੀ ਆ, ਅਸੀਂ ਤੁਹਾਡੇ ਵਾਸਤੇ ਫਿਰ ਪ੍ਰੇ ਕਰਾਂਗੇ। ਥੈਂਕ ਯੂ ਫਾਦਰ। ਸਵਰਗ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਮੈਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡਾ ਧੰਨਵਾਦ ਕਰਦਾ ਸਵਰਗ ਪਿਤਾ। ਜਿੱਦਾਂ ਤੁਸੀਂ ਏਬਰਾਹਮ ਨੂੰ ਰਾਈਚੀਅਸ ਬਣਾਇਆ ਸੀ, ਤੁਸੀਂ ਅੱਜ ਕੱਲ੍ਹ ਵੀ ਲੋਕਾਂ ਨੂੰ ਰਾਈਚੀਅਸ ਬਣਾ ਰਹੇ ਆ। ਜੇ ਏਬਰਾਹਮ ਨੂੰ ਬਲੀਵ ਕਰਨਗੇ ਤਾਂ ਸਵਰਗ ਪਿਤਾ ਅਸੀਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ। ਜਿੰਨੇ ਵੀ ਭੈਣ ਭਰਾ ਇਸ ਵੇਲੇ ਸੁਣ ਰਹੇ ਆ ਤੇ ਤੁਹਾਡੇ ਮੂਹਰੇ ਦੁਹਾਈ ਦੇ ਰਹੇ ਸਵਰਗ ਪਿਤਾ, ਤੁਸੀਂ ਉਹਨਾਂ ਦੀ ਕਿਰਪਾ ਕਰੋ, ਉਹਨਾਂ ਨੂੰ ਆਪਣੇ ਬੇਟੇ ਬੇਟੀਆਂ ਬਣਾ ਲਓ ਤੇ ਉਹਨਾਂ ਦੇ ਪਾਪ ਮਾਫ ਕਰ ਦਿਓ, ਤਾਂ ਸਵਰਗ ਪਿਤਾ ਉਹ ਵੀ ਸਵਰਗਾਂ ਨੂੰ ਜਾਣ ਵਾਲੇ ਹੋਣ। ਸਵਰਗ ਪਿਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਰਦੇ ਹਾਂ। ਆਮੇਨ। ਹੁਣ ਆਪਾਂ ਉਹਨਾਂ ਵਾਸਤੇ ਪ੍ਰੇ ਕਰਾਂਗੇ ਜਿਹੜੇ ਇਸ ਵੇਲੇ ਕਿਸੇ ਨਾ ਕਿਸੇ ਤਰ੍ਹਾਂ ਦੀ ਲੜਾਈ ਵਿੱਚ ਲੱਗੇ ਹੋਏ ਆ, ਤੇ ਉਹਨਾਂ ਨੂੰ ਫਤਿਹ ਮਿਲੇ ਤੇ ਉਹਨਾਂ ਨੂੰ ਜੇਤ ਮਿਲੇ ਤੇ ਉਹ ਫਤਿਹ ਦੇ ਵਿੱਚ ਚੱਲ ਸਕਣ। ਫਿਰ ਪ੍ਰੇ ਕਰਨ ਤੋਂ ਪਹਿਲਾਂ ਮੈਂ ਇਹ ਕਹਿਣਾ, ਸੰਡੇ ਨੂੰ ਮੈਸੇਜ ਜ਼ਰੂਰ ਸੁਣਨਾ। ਜੇ ਤੁਹਾਡੇ ਤੇ COVID-19 ਆਈ ਹੋਈ ਆ ਜਾਂ ਤੁਸੀਂ ਉੱਤੇ ਫਤਿਹ ਪਾਉਣੇ ਜਾਂ ਪਰਿਵਾਰ ਦੇ ਵਿੱਚ ਆਈ ਆ, ਸੰਡੇ ਨੂੰ ਮੈਂ ਸਿਖਾਉਣਾ ਆ ਅਸੀਂ ਕਿੱਦਾਂ ਉਹ ਤੋਂ ਬਚ ਕੇ ਰਹਿ ਸਕਦੇ ਹਾਂ, ਕਿੱਦਾਂ ਅਸੀਂ ਹਰੇਕ ਵੇਲੇ ਫਤਿਹ ਦੇ ਵਿੱਚ ਰਹਿ ਸਕਦੇ ਹਾਂ। ਆ ਜਾਓ ਆਪਾਂ ਪਹਿਲਾਂ ਹੁਣ ਉਹਨਾਂ ਭੈਣ ਭਰਾਵਾਂ ਵਾਸਤੇ ਪ੍ਰੇ ਕਰੀਏ ਜਿਨ੍ਹਾਂ ਨੂੰ ਇਸ ਵੇਲੇ ਫਤਿਹ ਦੀ ਲੋੜ ਆ। ਸਵਰਗ ਪਿਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਇਸ ਵੇਲੇ ਮੇਰੇ ਭੈਣ ਭਰਾ ਬਹੁਤ ਲੜਾਈਆਂ ਦੇ ਵਿੱਚ ਲੱਗੇ ਹੋਏ ਆ, ਸਵਰਗ ਆਤਮਿਕ ਲੜਾਈ ਦੇ ਵਿੱਚ ਲੱਗੇ ਹੋਏ ਆ ਤੇ ਉਹਨਾਂ ਨੂੰ ਪਤਾ ਨਹੀਂ ਸੀ ਕਿੱਦਾਂ ਫਤਿਹ ਪਾਉਣੀ ਆ। ਸਵਰਗ ਪਿਤਾ ਜਦੋਂ ਹੁਣ ਤੁਹਾਡੇ ਨਾਲ ਉਹ ਨੇਚਾ ਦੇ ਵਿੱਚ ਖੜੇ ਹੁੰਦੇ ਆ, ਉਹਨਾਂ ਨੂੰ ਯਿਸੂ ਮਸੀਹ ਦੇ ਨਾਮ ਵਿੱਚ ਫਤਿਹ ਦੇਣੀ। ਸਵਰਗ ਪਿਤਾ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਸ਼ੈਤਾਨ ਨੇ ਘਸਮੈਣ ਲਿਆਂਦਾ, ਅਸੀਂ ਯਿਸੂ ਮਸੀਹ ਦੇ ਨਾਮ ਵਿੱਚ ਹੁਕਮ ਦਿੰਦੇ ਆ ਉੱਥੇ ਸ਼ਾਂਤੀ ਤੇ ਧੀਰਜ ਆਵੇ। ਤਾਂ ਸਵਰਗ ਪਿਤਾ ਜਿੱਥੇ ਡਿਵੋਰਸ ਹੋਣ ਵਾਲਾ ਸੀਗਾ, ਸਵਰਗ ਪਿਤਾ ਯਿਸੂ ਮਸੀਹ ਦੇ ਨਾਮ ਵਿੱਚ ਅਸੀਂ ਮੰਗਦੇ ਆ ਉਹ ਇੱਕੋ ਦਮ ਪਛਾਣਨ ਲੱਪਣ ਬਈ ਕੌਣ ਡਿਵੋਰਸ ਕਰਾਉਣ ਦੀ ਉੱਥੇ ਕੋਸ਼ਿਸ਼ ਕਰਦਾ, ਉਹਦਾ ਨਾਂ ਸ਼ੈਤਾਨ ਆ। ਪਰ ਸਵਰਗ ਪਿਤਾ ਉਹਨਾਂ ਨੂੰ ਤੁਸੀਂ ਏਕਤਾ ਤੋਂ ਪਿਆਰ ਦੇਣਾ ਆਪੋ ਵਿੱਚ ਹੀ, ਤੇ ਸੋ ਉਹਨਾਂ ਦਾ ਡਿਵੋਰਸ ਹੋਵੇ ਨਾ, ਪਰ ਉਦੋਂ ਵੀ ਜ਼ਿਆਦਾ ਪਿਆਰ ਵਧੇ, ਉਦੋਂ ਵੀ ਜ਼ਿਆਦਾ ਯੂਨਿਟੀ ਵਧੇ ਤੇ ਤੁਹਾਡੇ ਵਿੱਚ ਵਧਣ ਵਾਲੇ ਹੋਣ। ਸਵਰਗ ਪਿਤਾ ਜਿੱਥੇ ਨਿਆਣੇ ਵਿਛੜੇ ਹੋਏ ਆ, ਸਵਰਗ ਪਿਤਾ ਇੱਕ ਦੂਏ ਦੀਆਂ ਗਲਤੀਆਂ ਨਾ ਦੇਖ ਸਕਣ, ਪਰ ਜਿਹੜੀ ਉਹਨਾਂ ਦੀ ਲੜਾਈ ਲੜਾਉਂਦਾ ਸ਼ੈਤਾਨ, ਉਹਨਾਂ ਦੇ ਪਿੱਛੇ ਦੇਖ ਸਕਣ ਤੇ ਉਹਨਾਂ ਤੇ ਫਤਿਹ ਪਾ ਸਕਣ। ਸਵਰਗ ਪਿਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਤਾਂ ਸਵਰਗ ਪਿਤਾ ਅਸੀਂ ਉਸ ਭੈਣ ਭਰਾਵਾਂ ਵਾਸਤੇ ਪ੍ਰੇ ਕਰਦੇ ਹਾਂ ਜਿਨ੍ਹਾਂ ਤੇ ਕਿਸੇ ਤਰ੍ਹਾਂ ਦੀ ਬਿਮਾਰੀ ਆਈ ਹੋਈ ਆ, ਅਸੀਂ ਯਿਸੂ ਮਸੀਹ ਨਾਲ ਹੁਕਮ ਦਿੰਦੇ ਆ ਐਸੇ ਵੇਲੇ COVID-19 ਦੀ ਸ਼ਕਤੀ ਟੁੱਟ ਜਾਵੇ। ਸਵਰਗ ਪਿਤਾ ਜੋ ਦਿਲ ਦੀ ਬਿਮਾਰੀ ਆ ਉਹ ਉੱਥੇ ਹੀਲਿੰਗ ਆ ਜਾਵੇ, ਕਿਡਨੀਜ਼ ਲਿਵਰ ਤੇ ਹੀਲਿੰਗ ਆ ਜਾਵੇ, ਖੂਨ ਦੀ ਬਿਮਾਰੀ ਉਸ ਵਿੱਚ ਹੀਲਿੰਗ ਆ ਜਾਵੇ। ਤਾਂ ਸਵਰਗ ਪਿਤਾ ਯਿਸੂ ਮਸੀਹ ਦੇ ਮਾਰ ਖਾਣ ਦੇ ਨਾਲ ਕੋਈ ਵੀ ਬਿਮਾਰੀ ਹੋਵੇ, ਪੈਰਾਂ ਤੋਂ ਲਾ ਕੇ ਸਿਰ ਤੱਕ, ਅਸੀਂ ਯਿਸੂ ਮਸੀਹ ਦੇ ਨਾਲ ਹੁਕਮ ਦਿੰਦੇ ਆ ਐਸੇ ਵੇਲੇ ਜਿੰਨੇ ਮੇਰੇ ਭੈਣ ਭਰਾ ਸੁਣ ਰਹੇ ਆ, ਜੋ ਮਰਜ਼ੀ ਉਹਨਾਂ ਤੇ ਬਿਮਾਰੀ ਹੋਵੇ, ਐਸੇ ਵੇਲੇ ਉੱਥੇ ਸ਼ਿਫਾ ਆਉਣ ਲੱਗ ਪਵੇ, ਉੱਥੇ ਧੀਰਜ ਆਉਣ ਲੱਗ ਪਵੇ, ਉੱਥੇ ਖੁਸ਼ੀ ਆਉਣ ਲੱਗ ਪਵੇ, ਉੱਥੇ ਆਨੰਦ ਆਉਣ ਲੱਗ ਪਵੇ। ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹ ਛੁਟਕਾਰਾ ਪਾ ਲੈਣ। ਆਮੇਨ। ਆਮੇਨ। ਜੀ ਚੇਤਾ ਰੱਖਣਾ ਸੰਡੇ ਨੂੰ ਜਿੱਦਾਂ ਪਾਸਟਰ ਜੀ ਨੇ ਕਿਹਾ ਆਪਾਂ ਫਿਰ 3:30 ਵਜੇ ਮਿਲਣਾ, ਤੇ ਫਰਾਈਡੇ ਨੂੰ ਵੀ ਆਪਾਂ ਜ਼ਰੂਰ ਫਿਰ ਮਿਲਣਾ। ਤੇ ਕਿਸੇ ਗੱਲ ਦੇ ਵਿੱਚ ਤੁਸੀਂ ਲਾਪਰਵਾਹੀ ਨਾ ਕਰੋ ਕਿ ਬਚਨ ਸਾਨੂੰ ਪਤਾ ਹੈ, ਜ਼ਰੂਰ ਪਤਾ ਹੈ, ਪਰ ਪਰਮੇਸ਼ਰ ਆਤਮਾ ਹਰ ਵੇਲੇ ਆਪਾਂ ਨੂੰ ਹੁਸ਼ਿਆਰ ਰਹਿਣ ਨੂੰ ਕਹਿੰਦਾ ਆ। ਕਬੂਤਰਾਂ ਵਰਗੇ ਭੋਲੇ ਤੇ ਸੱਪਾਂ ਵਰਗੇ ਹੁਸ਼ਿਆਰ ਹੋ ਜਾਓ, ਕਿਉਂਕਿ ਟਾਈਮ ਬਹੁਤ ਖਰਾਬ ਆ ਗਿਆ ਹੈ। ਬਚਨਾਂ ਦੇ ਵਿੱਚ, ਪ੍ਰਾਰਥਨਾ ਦੇ ਵਿੱਚ ਪਰਮੇਸ਼ਰ ਦੇ ਲਾਗੇ ਰਹਿਣਾ ਅਸੀਂ ਸਿੱਖ ਲਈਏ ਤੇ ਉਹਦੇ ਵਚਨਾਂ ਨੂੰ ਆਪਣੇ ਦਿਲ ਵਿੱਚ ਕਬੂਲ ਕਰ ਲਈਏ। ਆਮੇਨ। ਉਦੋਂ ਤੱਕ ਤੁਸੀਂ ਸਾਰੇ ਬਲੈਸ ਰਹੋ ਤੇ ਪ੍ਰਭੂ ਤੁਹਾਨੂੰ ਆਪਣੀ ਹਜ਼ੂਰੀ ਦੇ ਵਿੱਚ ਲੈ ਕੇ ਰੱਖੇ। ਜੇ ਯਿਸੂ ਮਸੀਹ ਨਹੀਂ ਆਇਆ ਤਾਂ ਹੀ ਆਪਾਂ ਫਿਰ ਨੈਕਸਟ ਮੀਟਿੰਗ ਕਰ ਸਕਦੇ ਹਾਂ। ਆਮੇਨ। ਤੇ ਯਿਸੂ ਮਸੀਹ ਆ ਗਏ ਤੇ ਆਪਾਂ ਸਵਰਗਾਂ ਦੇ ਵਿੱਚ ਸਾਰੇ ਇਕੱਠੇ ਰਹਿ ਸਕਦੇ ਹਾਂ। ਉਦੋਂ ਤੱਕ ਤੁਸੀਂ ਬਲੈਸਡ ਰਹੋ। ਜੈ ਮਸੀਹ ਦੀ, ਜੈ ਮਸੀਹ ਦੀ, everybody bless you।